ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਸ਼ਾਂਤ ਸੁਭਾਅ ਦੀ ਕੁੜੀ ਸੀ ਜਿਸ ਨੂੰ ਕਦੇ ਬਾਹਰ ਦੀ ਹਵਾ ਨਹੀਂ ਲੱਗੀ ਸੀ। ਘਰ ਦੇ ਵਿੱਚ ਰਹਿਣਾ, ਕੰਮ ਕਰਨਾ ਤੇ ਸੌਂ ਜਾਣਾ, ਬਸ ਇਹੀ ਉਸਦਾ ਨਿੱਤ ਦਾ ਕੰਮ ਸੀ। ਘਰੋਂ ਬਹੁਤ ਗਰੀਬ ਸੀ। ਇੱਕ ਵੱਡਾ ਭਰਾ ਸੀ ਜਿਹੜਾ ਨਸ਼ਿਆਂ ਨੇ ਖਾ ਛੱਡਿਆ। ਪਿਓ ਬਾਹਰ ਭੱਠੇ ਤੇ ਕੰਮ ਕਰਦਾ ਜਾਂ ਫਿਰ ਜਿਹੜਾ ਵੀ ਕੰਮ ਮਿਲਦਾ ਪਰਿਵਾਰ ਦੇ ਪਾਲਣ ਪੋਸ਼ਣ ਲਈ ਕਰਦਾ। ਮਾਂ ਅਨਪੜ੍ਹ ਸੀ, ਲੋਕਾਂ ਦੇ ਘਰਾਂ 'ਚ ਕੰਮ ਕਰਦੀ ਸੀ। ਉਹਦੇ ਘਰ ਦੇ ਵਿੱਚ ਪੜ੍ਹਿਆ ਲਿਖਿਆ ਕੋਈ ਨਹੀਂ ਸੀ। ਉਸਦੇ ਘਰ ਦੇ ਵਿੱਚ ਸਾਰਿਆਂ ਨੂੰ ਬਸ ਰੋਟੀ ਕਮਾ ਕੇ ਖਾਣ ਤੱਕ ਮਤਲਬ ਸੀ। ਪੜ੍ਹਾਈ ਲਿਖਾਈ ਕੀ ਹੁੰਦੀ ਆ ਇਹ ਸਭ ਕਿਸੇ ਨੂੰ ਪਤਾ ਨਹੀਂ ਸੀ। ਉਸਦਾ ਨਾਂ ਵੀ ਬਹੁਤ ਸੋਹਣਾ ਸੀ, ਨਿਸਾਰ। ਇਹ ਨਾਮ ਉਹਦੇ ਪਿਤਾ ਨੇ ਉਸ ਨੂੰ ਦਿੱਤਾ ਸੀ। ਜਦੋਂ ਛੋਟੀ ਸੀ ਤਾਂ ਨਿਸਾਰ ਨੇ ਆਪਣੇ ਪਿਓ ਤੋਂ ਪੁੱਛਿਆ ਕਿ ਇਸ ਨਾਮ ਦਾ ਮਤਲਬ ਕੀ ਆ। ਉਸਦੇ ਪਿਤਾ ਨੇ ਕਿਹਾ ਕਿ ਜਿਹੜੇ ਭੱਠੇ ਤੇ ਉਹ ਕੰਮ ਕਰਦਾ ਉੱਥੇ ਮਾਲਕਾਂ ਦੀ ਕੁੜੀ ਦਾ ਨਾਂ ਨਿਸਾਰ ਆ। ਨਾਮ ਥੋੜਾ ਅਲੱਗ ਸੀ ਪਰ ਇਸ ਦਾ ਮਤਲਬ ਵੀ ਬਹੁਤ ਅਲੱਗ ਸੀ, ਜਿਸ ਦਾ ਮਤਲਬ ਸੀ ਆਪਣਾ ਸਭ ਕੁਝ ਕਿਸੇ ਦੂਸਰੇ ਤੇ ਨਿਸ਼ਾਰ ਕਰ ਦੇਣਾ, ਭਾਵ ਕਿ ਕੁਰਬਾਨ ਕਰ ਦੇਣਾ। ਬਸ ਨਿਸਾਰ ਇਸ ਗੱਲ ਤੇ ਪੱਕੀ ਹੋ ਗਈ। ਉਸਨੇ ਸੋਚ ਲਿਆ ਕਿ ਆਪਣੇ ਲਈ ਤਾਂ ਹਰ ਕੋਈ ਜਿਉਂਦਾ, ਪਰ ਜੋ ਕਿਸੇ ਲਈ ਜੀਵੇ ਉਹ ਅਸਲ ਜ਼ਿੰਦਗੀ ਆ। ਨਿਸਾਰ ਨੇ ਸਕੂਲ ਦਾ ਮੂੰਹ ਤਾਂ ਕਦੇ ਨਹੀਂ ਦੇਖਿਆ ਸੀ, ਪਰ ਗੁਣਾਂ ਦੀ ਪੂਰੀ ਖਾਣ ਸੀ, ਜਿਸ ਦਾ ਮੁਕਾਬਲਾ ਇੱਕ ਪੜ੍ਹੀ ਲਿਖੀ ਤੇ ਡਿਗਰੀਆਂ ਵਾਲੀ ਕੁੜੀ ਵੀ ਨਹੀਂ ਸੀ ਕਰ ਸਕਦੀ। ਨਿਸਾਰ ਗਰੀਬੀ 'ਚ ਜਿਉਂਦੀ ਸੀ ਪਰ ਅਹਿਸਾਸ ਕਦੇ ਨਹੀਂ ਸੀ, ਕਿਉਂਕਿ ਉਹ ਇਸੇ 'ਚ ਹੀ ਸੰਤੁਸ਼ਟ ਸੀ। ਨਿਸਾਰ ਕਦੇ ਵੀ ਘਰੋਂ ਬਾਹਰ ਨਹੀਂ ਜਾਂਦੀ ਸੀ, ਕਿਉਂਕਿ ਉਸ ਲਈ ਪਿਤਾ ਦੇ ਘਰ ਦੀ ਦਹਲੀਜ਼ ਨੂੰ ਪਾਰ ਕਰਨਾ ਇੱਕ ਘੋਰ ਪਾਪ ਸੀ। ਇਸ ਲਈ ਆਸ-ਪਾਸ ਦੀਆਂ ਕੁੜੀਆਂ ਕਦੇ-ਕਦੇ ਉਸ ਕੋਲ ਆ ਜਾਂਦੀਆਂ। ਨਿਸਾਰ ਉਹਨਾਂ ਨਾਲ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੀ ਸੀ, ਪਰ ਇੱਕ ਕੁੜੀ ਸੀ ਜਿਸ ਦਾ ਨਾਂ ਰੂਹੀ ਸੀ। ਨਿਸਾਰ ਉਸ ਨਾਲ ਖੁੱਲ੍ਹ ਕੇ ਗੱਲਾਂ ਕਰਦੀ ਤੇ ਖੁੱਲ੍ਹ ਕੇ ਹੱਸਦੀ। ਸਮਾਂ ਬਹੁਤ ਤੇਜ਼ੀ ਨਾਲ ਗੁਜ਼ਰਦਾ ਜਾ ਰਿਹਾ ਸੀ। ਨਿਸਾਰ ਹੁਣ ਜਵਾਨੀ ਦੀ ਦਹਲੀਜ਼ ਤੇ ਪੈਰ ਰੱਖ ਚੁੱਕੀ ਸੀ, ਪਰ ਉਸ ਦਾ ਸੁਭਾਅ ਨਹੀਂ ਸੀ ਬਦਲਿਆ। ਨਿਸਾਰ ਇੰਨੀ ਸੋਹਣੀ ਵੀ ਨਹੀਂ ਸੀ ਹਰ ਕੋਈ ਉਸ ਵੱਲ ਆਕਰਸ਼ਿਤ ਹੋਵੇ, ਪਰ ਸਿਰਫ ਸੋਹਣੀ ਹੀ ਤਾਂ ਉਸ ਦੀ ਸੀਰਤ ਸੀ, ਜਿਹੜੀ ਕਿ ਉਸ ਨਾਲ ਗੱਲ ਕਰਨ ਤੋਂ ਬਾਅਦ ਹੀ ਪਤਾ ਲੱਗਦੀ ਸੀ। ਕਿਸੇ ਜਵਾਨ ਨੂੰ ਹਾਣ ਟੱਕਰੇ ਤਾਂ ਦਿਲ ਵਿੱਚ ਕਈ ਸੁਪਨੇ ਜਵਾਨ ਹੋ ਕੇ ਅੰਗੜਾਈਆਂ ਲੈਣ ਲੱਗਦੇ ਹਨ। ਇਹੀ ਬਦਲਾਵ ਹੌਲੀ-ਹੌਲੀ ਨਿਸਾਰ 'ਚ ਆਉਣ ਲੱਗਾ। ਖੈਰ, ਉਸ ਨੂੰ ਹਾਣ ਤਾਂ ਹਾਲੇ ਤੱਕ ਕੋਈ ਨਹੀਂ ਸੀ ਮਿਲਿਆ, ਪਰ ਕੁਦਰਤੀ ਰੂਹੀ ਨੇ ਉਸ ਕੋਲ ਗੱਲ ਕੀਤੀ ਆਪਣੇ ਭਰਾ ਬਾਰੇ, ਕਿਉਂਕਿ ਰੂਹੀ ਬਹੁਤ ਚਲਾਕ ਸੀ। ਉਹ ਨਾਲ ਦੇ ਪਿੰਡ ਦੀ ਸੀ। ਉਹਦੇ ਭਰਾ ਦਾ ਨਾਮ ਸ਼ਾਮ ਸੀ। ਸ਼ਾਮ ਚੰਗਾ ਮੁੰਡਾ ਸੀ। ਆਪਣੀ ਭੈਣ ਰੂਹੀ ਤੋਂ ਨਿਸਾਰ ਬਾਰੇ ਬਹੁਤ ਕੁਝ ਸੁਣ ਚੁੱਕਾ ਸੀ। ਦਿਲ ਹੀ ਦਿਲ 'ਚ ਬਹੁਤ ਚਾਹੁਣ ਲੱਗ ਪਿਆ ਸੀ, ਪਰ ਮਸਲਾ ਇਹ ਸੀ ਕਿ ਨਿਸਾਰ ਘਰ ਤੋਂ ਬਾਹਰ ਨਹੀਂ ਨਿਕਲਦੀ ਸੀ। ਇਸ ਲਈ ਸ਼ਾਮ ਆਪਣੇ ਦਿਲ ਦੀ ਗੱਲ ਉਹਨੂੰ ਨਹੀਂ ਦੱਸ ਸਕਦਾ। ਇੱਕ ਦਿਨ ਰੂਹੀ ਸਾਰਾ ਦਿਨ ਹੀ ਆਪਣੇ ਭਰਾ ਨਾਲ ਨਿਸਾਰ ਦੀਆਂ ਗੱਲਾਂ ਕਰਦੀ ਰਹੀ। ਨਿਸਾਰ ਦੀਆਂ ਗੱਲਾਂ ਸੁਣਦਿਆਂ ਸ਼ਾਮ ਦੇ ਦਿਲ 'ਚ ਕਈ ਉਮੰਗਾਂ ਜਾਗੀਆਂ। ਉਹਦਾ ਦਿਲ ਕੀਤਾ ਕਿ ਉਹ ਨਿਸਾਰ ਨੂੰ ਦੇਖੇ, ਉਸ ਨਾਲ ਗੱਲ ਕਰੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਨਿਸਾਰ ਰੂਹੀ ਨਾਲ ਗੱਲਾਂ ਕਰਦੀ ਸੀ। ਪਰ ਸ਼ਾਮ ਨੂੰ ਇਹ ਸਭ ਇੱਕ ਸੁਪਨੇ ਵਰਗਾ ਲੱਗਦਾ ਸੀ, ਕਿਉਂਕਿ ਨਿਸਾਰ ਕਦੇ ਵੀ ਘਰੋਂ ਬਾਹਰ ਨਹੀਂ ਨਿਕਲਦੀ ਸੀ। ਦੂਜੀ ਗੱਲ ਇਹ ਸੀ ਕਿ ਸ਼ਾਮ ਨੇ ਰੂਹੀ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਸੀ। ਨਿਸਾਰ ਦੀਆਂ ਗੱਲਾਂ ਸੁਣ ਕੇ ਸ਼ਾਮ ਦੀ ਉਸ ਨੂੰ ਮਿਲਣ ਦੀ ਉਤਸੁਕਤਾ ਵੱਧਦੀ ਜਾ ਰਹੀ ਸੀ। ਸ਼ਾਮ ਨੂੰ ਦਿਨ ਰਾਤ ਨਿਸਾਰ ਦੇ ਹੀ ਸੁਪਨੇ ਆਉਣ ਲੱਗੇ, ਪਰ ਉਹ ਕਰ ਕੁਝ ਨਹੀਂ ਸਕਦੀ ਸੀ ਜਿੰਨਾ ਚਿਰ ਨਿਸਾਰ ਘਰੋਂ ਬਾਹਰ ਨਹੀਂ ਸੀ ਨਿਕਲਦੀ। ਸ਼ਾਮ ਦੇ ਦਿਲ 'ਚ ਨਿਸਾਰ ਲਈ ਪਿਆਰ ਵੱਧਦਾ ਗਿਆ ਤੇ ਇੱਕ ਨਵੇਂ ਸਿਖਰ ਨੂੰ ਛੂਹੰਦਾ ਹੋਇਆ ਜਵਾਨ ਹੁੰਦਾ ਗਿਆ, ਜਿਸ ਵਿੱਚ ਸਬਰ ਦੀਆਂ ਸਾਰੀਆਂ ਹੱਦਾਂ ਟੁੱਟ ਜਾਂਦੀਆਂ ਹਨ, ਕਿਉਂਕਿ ਉਮਰ ਘੱਟ ਸੀ। ਫਿਰ ਇੱਕ ਦਿਨ ਨਿਸਾਰ ਦੀ ਮਾਂ ਬਹੁਤ ਬਿਮਾਰ ਹੋ ਗਈ। ਜਿਨ੍ਹਾਂ ਦੇ ਘਰੇ ਕੰਮ ਕਰਦੀ ਸੀ, ਹੁਣ ਉਹਨਾਂ ਦਾ ਮਸਲਾ ਕਿਵੇਂ ਸੁਲਝਾਇਆ ਜਾਵੇ। ਨਿਸਾਰ ਦੇ ਮਾਂ-ਬਾਪ ਨੇ ਆਪਸ 'ਚ ਸਲਾਹ ਕੀਤੀ। ਨਿਸਾਰ ਉਨੇ ਦਿਨ ਉਹਨਾਂ ਦੇ ਘਰ ਕੰਮ ਤੇ ਜਾਵੇਗੀ ਜਿੰਨੇ ਦਿਨ ਨਿਸਾਰ ਦੀ ਮਾਂ ਠੀਕ ਨਹੀਂ ਹੋ ਜਾਂਦੀ। ਫੈਸਲਾ ਕਰਕੇ ਨਿਸਾਰ ਨੂੰ ਦੱਸ ਦਿੱਤਾ ਗਿਆ। ਨਿਸਾਰ ਬਹੁਤ ਡਰ ਰਹੀ ਸੀ ਬਾਹਰ ਨਿਕਲਣ ਤੋਂ, ਕਿਉਂਕਿ ਬਾਹਰ ਦੀ ਦੁਨੀਆ ਨਿਸਾਰ ਨੇ ਨਹੀਂ ਦੇਖੀ ਸੀ। ਉਸ ਨੂੰ ਝਿਜਕ ਵੀ ਸੀ, ਪਤਾ ਨਹੀਂ ਬਾਹਰ ਦੇ ਲੋਕ ਕਿਸ ਤਰ੍ਹਾਂ ਦੇ ਹੋਣਗੇ। ਨਿਸਾਰ ਦਾ ਅੱਜ ਪਹਿਲਾ ਦਿਨ ਸੀ ਘਰੋਂ ਬਾਹਰ ਨਿਕਲਦਾ। ਨਿਸਾਰ ਦਾ ਪਿਤਾ ਉਸ ਨੂੰ ਕੰਮ ਵਾਲਿਆਂ ਦੇ ਘਰ ਛੱਡਣ ਜਾ ਰਿਹਾ ਸੀ। ਨਿਸਾਰ ਨਾਲ ਤੁਰਦੀ ਜਾ ਰਹੀ ਸੀ ਤੇ ਨਾਲ ਸੋਚਦੀ ਜਾ ਰਹੀ ਸੀ ਕਿ ਅੱਜ ਉਹ ਪਹਿਲੀ ਵਾਰ ਆਪਣੇ ਘਰ ਬਾਪ ਦੇ ਘਰ ਦੀ ਦਹਲੀਜ਼ ਪਾਰ ਕਰਕੇ ਕਿਸੇ ਦੇ ਘਰ ਜਾ ਰਹੀ ਆ। ਨਿਸਾਰ ਦੇ ਮਨ ਵਿੱਚ ਕਈ ਸਵਾਲ ਸੀ, ਜਿਵੇਂ ਕਿ ਉਸ ਘਰ ਵਿੱਚ ਕੌਣ-ਕੌਣ ਹੋਵੇਗਾ, ਸਾਰੇ ਕਿਸ ਤਰ੍ਹਾਂ ਦੇ ਹੋਣਗੇ, ਕੀ ਉਹ ਹੁਕਮ ਚਲਾ ਕੇ ਕੰਮ ਕਰਵਾਉਣਗੇ, ਉਹ ਕਿਹੜੇ-ਕਿਹੜੇ ਕੰਮ ਕਰਵਾਉਣਗੇ, ਕੀ ਜੇ ਕੋਈ ਕੰਮ ਗਲਤ ਹੋਇਆ ਤਾਂ ਉਹ ਉਸ ਨੂੰ ਮਾਰਨਗੇ ਤਾਂ ਨਹੀਂ। ਇਹ ਸਵਾਲ ਸੋਚਦੇ ਨੀਵੀਂ ਪਾਈ ਨਿਸਾਰ ਰੂਹੀ ਦੇ ਘਰ ਦੇ ਅੱਗੋਂ ਦੀ ਲੰਘੀ, ਕਿਉਂਕਿ ਉਹਦੀ ਮਾਂ ਰੂਹੀ ਦੇ ਪਿੰਡ ਕਿਸੇ ਦੇ ਘਰੇ ਕੰਮ ਕਰਦੀ ਸੀ। ਉਸ ਨੂੰ ਕੌਣ ਵੇਖ ਰਿਹਾ ਸੀ?
ਇਸ ਤੋਂ ਉਹ ਬਿਲਕੁਲ ਬੇਖਬਰ ਸੀ। ਉਸ ਨੂੰ ਸ਼ਾਮ ਦੇਖ ਰਿਹਾ ਸੀ, ਉਹ ਵੀ ਇਸ ਤਰ੍ਹਾਂ ਜਿਵੇਂ ਸ਼ਾਮ ਨੇ ਕੋਈ ਚੀਜ਼ ਪਹਿਲੀ ਵਾਰ ਦੇਖੀ ਹੋਵੇ। ਪਰ ਸਹੀ ਤਾਂ ਸੀ, ਸ਼ਾਮ ਉਸ ਨੂੰ ਪਹਿਲੀ ਵਾਰੀ ਤਾਂ ਦੇਖ ਰਿਹਾ ਸੀ। ਸ਼ਾਮ ਦਾ ਦਿਲ ਕਰਦਾ ਸੀ ਕਿ ਉਹ ਨਿਸਾਰ ਦਾ ਰਾਹ ਰੋਕ ਕੇ ਖੜ ਜਾਵੇ ਤੇ ਪਹਿਲਾਂ ਉਸ ਨੂੰ ਜੀ ਭਰ ਕੇ ਦੇਖੇ। ਖੈਰ, ਨਿਸਾਰ ਸਵਾਲਾਂ ਦੇ ਜਵਾਬ ਵਿੱਚ ਉਲਝੀ ਹੋਈ ਕੰਮ ਵਾਲਿਆਂ ਦੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਚੁੱਕੀ ਸੀ। ਉਸ ਦਾ ਪਿਤਾ ਉਸ ਨੂੰ ਛੱਡ ਕੇ ਚਲਾ ਗਿਆ ਕਿਉਂਕਿ ਉਹ ਆਪਣੇ ਕੰਮ ਤੋਂ ਲੇਟ ਹੋ ਰਿਹਾ ਸੀ। ਜੇ ਕੰਮ 'ਤੇ ਛੇਤੀ ਟਾਈਮ ਨਾਲ ਨਾ ਪਹੁੰਚਿਆ ਤਾਂ ਉਸ ਨੂੰ ਡਰ ਸੀ ਕਿ ਕਿਤੇ ਕੰਮ ਤੋਂ ਨਾ ਕੱਢ ਦਿੱਤਾ ਜਾਵੇ। ਨਿਸਾਰ ਨੇ ਡਰਦੇ ਡਰਦੇ ਘਰ ਦੇ ਗੇਟ 'ਤੇ ਲੱਗੀ ਡੋਰਬੈਲ ਮਾਰੀ। ਬੈਲ ਵੱਜੀ ਤਾਂ ਨਿਸਾਰ ਨੂੰ ਨਾ ਸੁਣੀ, ਪਰ ਉਹਦੇ ਪਿੱਛੇ ਆਉਂਦਾ ਮੋਟਰਸਾਈਕਲ ਦਾ ਹਾਰਨ ਜ਼ਰੂਰ ਸੁਣ ਗਿਆ। ਨਿਸਾਰ ਨੇ ਪਿੱਛੇ ਮੁੜ ਕੇ ਦੇਖਿਆ। ਇੱਕ ਮੋਨਾ, ਲੰਮਾ ਤੇ ਸੋਹਣਾ, ਰੰਗ ਗੋਰਾ, ਜਿਸ ਨੇ ਆਪਣੀ ਰੈੱਡ ਸ਼ਰਟ ਦੇ ਉੱਤੋਂ ਦੀ ਇੱਕ ਜੈਕਟ ਪਾਈ ਹੋਈ ਸੀ, ਕਾਲੀਆਂ ਐਨਕਾਂ ਤੇ ਆਪਣੇ ਵਾਲਾਂ ਦਾ ਪੱਫ ਬਣਾ ਕੇ ਮੱਥੇ 'ਤੇ ਸੁੱਟਿਆ ਹੋਇਆ ਸੀ। ਉਹ ਵੇਖਣ ਵਿੱਚ ਇੰਨਾ ਸੋਹਣਾ ਤੇ ਆਕਰਸ਼ਕ ਸੀ ਕਿ ਨਿਸਾਰ ਉਸ ਨੂੰ ਚੁੱਪ-ਚਾਪ ਖੜੀ ਦੇਖਦੀ ਰਹੀ। ਉਸ ਮੁੰਡੇ ਨੇ ਹਾਰਨ ਵਜਾਇਆ ਤੇ ਮੋਟਰਸਾਈਕਲ ਲਿਆ ਕੇ ਨਿਸਾਰ ਕੋਲ ਰੋਕ ਲਿਆ। ਉਸਨੇ ਆਪਣੇ ਅੱਖਾਂ ਤੋਂ ਕਾਲੀਆਂ ਐਨਕਾਂ ਉਤਾਰਦੇ ਹੋਏ ਨਿਸਾਰ ਨੂੰ ਧਿਆਨ ਨਾਲ ਦੇਖਿਆ ਤੇ ਫਿਰ ਪੁੱਛਿਆ, ਕੀ ਹੋਇਆ, ਕੋਈ ਗੇਟ ਖੋਲ੍ਹਣ ਨਹੀਂ ਆਇਆ? ਨਿਸਾਰ ਚੁੱਪ-ਚਾਪ ਖੜੀ ਉਸ ਵੱਲ ਵੇਖਦੀ ਰਹੀ ਤੇ ਮਨ 'ਚ ਸੋਚਣ ਲੱਗੀ, ਬਾਹਰ ਦੇ ਲੋਕ ਇੰਨੇ ਸੋਹਣੇ ਹੁੰਦੇ ਆ। ਮੁੰਡਾ ਉਸ ਨੂੰ ਸਵਾਲ ਕਰਨ ਤੋਂ ਬਾਅਦ ਗੇਟ ਵੱਲ ਵੇਖਣ ਲੱਗਾ, ਫਿਰ ਮੋਟਰਸਾਈਕਲ ਤੋਂ ਉਤਰਿਆ ਤੇ ਨਿਸਾਰ ਦੇ ਬਰਾਬਰ ਗੇਟ 'ਚ ਜਾ ਕੇ ਖੜਾ ਹੋ ਗਿਆ ਤੇ ਘਰ ਦੇ ਦਰਵਾਜ਼ੇ 'ਚ ਲੱਗੀ ਬੈਲ ਮਾਰੀ। ਨਿਸਾਰ ਉਸ ਨੂੰ ਦੇਖਦੀ ਰਹਿ ਗਈ। ਨਿਸਾਰ ਉਸ ਵੱਲ ਧਿਆਨ ਨਾਲ ਦੇਖਦੀ ਹੋਈ ਉਸ ਕੋਲ ਆ ਰਹੀ ਪਰਫਿਊਮ ਦੀ ਮਹਿਕ ਮਹਿਸੂਸ ਕਰਨ ਲੱਗੀ। ਬਹੁਤ ਸੋਹਣੀ ਆ ਰਹੀ ਸੀ, ਜੋ ਨਿਸਾਰ ਨੂੰ ਮਦਹੋਸ਼ ਕਰ ਰਹੀ ਸੀ। 10 ਮਿੰਟ ਬਾਅਦ ਗੇਟ ਖੁੱਲ੍ਹਿਆ। ਘਰ ਦੀ ਮਾਲਕਣ ਬਾਹਰ ਆਈ ਤੇ ਉਸ ਮੁੰਡੇ ਨੇ ਬੜੇ ਹੀ ਪਿਆਰ ਨਾਲ ਉਸ ਨੂੰ ਜੱਫੀ ਪਾ ਲਈ ਤੇ ਕਿਹਾ, ਓ ਮੌਮ, ਆਈ ਲਵ ਯੂ ਐਂਡ ਸੌਰੀ। ਪਾਰਟੀ ਦੇਰ ਰਾਤ ਤੱਕ ਖਤਮ ਹੋਈ ਤੇ ਮੈਨੂੰ ਆਪਣੇ ਦੋਸਤ ਦੇ ਘਰ ਰੁਕਣਾ ਪਿਆ। ਘਰ ਦੀ ਮਾਲਕਣ ਨੇ ਉਸ ਦਾ ਮੱਥਾ ਚੁੰਮਿਆ ਤੇ ਕਿਹਾ, ਪ੍ਰੇਮ ਬੇਟਾ, ਇੰਨਾ ਲੇਟ ਨਾ ਆਇਆ ਕਰ। ਤੈਨੂੰ ਪਤਾ ਫਿਰ ਤੇਰੀ ਮਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਹੁਣ ਤੈਨੂੰ ਵੇਖ ਕੇ ਦਿਲ ਨੂੰ ਠੰਡਕ ਮਿਲੀ ਹੈ। ਤੇ ਨਿਸਾਰ ਉਹਨਾਂ ਦੋਹਾਂ ਮਾਂ ਪੁੱਤ ਨੂੰ ਮਿਲਦਿਆਂ ਵੇਖਦੀ ਰਹੀ। ਫਿਰ ਮਿਸਿਸ ਗਿੱਲ ਦਾ ਧਿਆਨ ਨਿਸਾਰ 'ਤੇ ਗਿਆ ਤੇ ਸਮਝ ਗਈ ਕਿ ਇਹ ਕੰਮ ਵਾਲੀ ਦੀ ਕੁੜੀ ਆ। ਫਿਰ ਉਸਨੇ ਬੜੇ ਹੀ ਪਿਆਰ ਨਾਲ ਅੰਦਰ ਆਉਣ ਲਈ ਕਿਹਾ ਤੇ ਬਸ ਨਿਸਾਰ ਨੇ ਅੱਜ ਪਹਿਲੀ ਵਾਰ ਆਪਣੇ ਪਿਓ ਦੇ ਘਰ ਦੀ ਦਹਲੀਜ਼ ਪਾਰ ਕਰਕੇ ਉਸ ਮੁੰਡੇ ਦੇ ਨਾਲ ਅਚਾਨਕ ਮਿਸਿਸ ਗਿੱਲ ਦੇ ਬੇਟੇ ਪ੍ਰੇਮ ਨਾਲ ਕਦਮ ਨਾਲ ਕਦਮ ਮਿਲਾ ਕੇ ਉਸ ਦੇ ਘਰ ਦੀ ਦਹਲੀਜ਼ 'ਚ ਕਦਮ ਰੱਖ ਲਿਆ। ਨਿਸਾਰ ਉਸ ਘਰ 'ਚ ਚੁੱਪ-ਚਾਪ ਕਰਮ ਕਰਨ ਲੱਗ ਗਈ। ਕੰਮ ਕਰਦਿਆਂ ਦੁਪਹਿਰ ਹੋ ਚੁੱਕੀ ਸੀ। ਮਿਸਿਸ ਗਿੱਲ ਨੇ ਬੜੇ ਹੀ ਪਿਆਰ ਨਾਲ ਨਿਸਾਰ ਨੂੰ ਪੁੱਛਿਆ ਕਿ ਉਹ ਸਵੇਰ ਦੀ ਘਰੋਂ ਆਈ ਆ, ਇਸ ਲਈ ਕੁਝ ਖਾ ਕੇ ਆਈ ਆ ਕਿ ਨਹੀਂ। ਜੇ ਨਹੀਂ ਖਾਧਾ ਤਾਂ ਉਹ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਕੁਝ ਵੀ ਖਾ ਪੀ ਸਕਦੀ ਆ। ਕੰਮ ਵਾਲਿਆਂ ਦਾ ਘਰ ਬਹੁਤ ਵੱਡਾ ਸੀ। ਘਰ 'ਚ ਮਿਸਟਰ ਗਿੱਲ ਤੇ ਮਿਸਿਸ ਗਿੱਲ ਸੀ। ਬਸ ਉਹਨਾਂ ਦਾ ਇੱਕ ਬੇਟਾ ਨੌਜਵਾਨ ਪ੍ਰੇਮ ਸੀ। ਪ੍ਰੇਮ ਬਹੁਤ ਸੋਹਣਾ, ਪਰ ਅਮੀਰੀ ਦਾ ਥੋੜ੍ਹਾ ਰੁਤਬਾ ਤੇ ਰੋਹਬ ਅਲੱਗ ਸੀ। ਇਸ ਲਈ ਉਹ ਥੋੜ੍ਹਾ ਇਸ ਤਰ੍ਹਾਂ ਦੀ ਹੀ ਜ਼ਿੰਦਗੀ ਜੀ ਰਿਹਾ ਸੀ। ਘਰ 'ਚ ਇਕਲੌਤਾ ਹੋਣ ਕਰਕੇ ਉਸ ਦੀ ਹਰ ਡਿਮਾਂਡ ਪੂਰੀ ਕੀਤੀ ਜਾਂਦੀ ਸੀ। ਪ੍ਰੇਮ ਨਸ਼ਿਆਂ ਤੋਂ ਦੂਰ ਸੀ, ਪਰ ਇੱਕੋ ਨਸ਼ਾ ਸੀ, ਉਹ ਸੀ ਕੁੜੀਆਂ ਦਾ। ਉਹ ਸੋਹਣੀਆਂ ਕੁੜੀਆਂ ਨਾਲ ਘੁੰਮਣਾ ਫਿਰਨਾ ਜ਼ਿਆਦਾ ਪਸੰਦ ਕਰਦਾ ਸੀ। ਉਸ ਦੀ ਦਿਲੀ ਇੱਛਾ ਵੀ ਇਹੀ ਸੀ ਕਿ ਜਿਸ ਕੁੜੀ ਨਾਲ ਉਸ ਦਾ ਵਿਆਹ ਹੋਵੇ ਉਹ ਪੂਰੀ ਜੰਨਤ ਦੀ ਹੂਰ ਹੋਵੇ, ਜਿਸ ਨੂੰ ਕੋਈ ਵੇਖੇ ਤੇ ਬਸ ਵੇਖਦਾ ਹੀ ਰਹਿ ਜਾਵੇ। ਇਸ ਬਾਰੇ ਉਸਨੇ ਆਪਣੇ ਮੌਮ ਡੈਡ ਨੂੰ ਵੀ ਦੱਸ ਰੱਖਿਆ ਸੀ। ਮਿਸਟਰ ਗਿੱਲ ਤੇ ਮਿਸਿਸ ਗਿੱਲ ਉਸ ਨੂੰ ਬਹੁਤ ਪਿਆਰ ਕਰਦੇ ਸੀ। ਉਸ ਉੱਪਰ ਕੋਈ ਰੋਕ ਟੋਕ ਨਹੀਂ ਸੀ। ਮਿਸਟਰ ਗਿੱਲ ਨੇ ਪ੍ਰੇਮ ਨੂੰ ਸਾਫ਼ ਕਹਿ ਰੱਖਿਆ ਸੀ ਕਿ ਉਹ ਜਿਸ ਕੁੜੀ ਨਾਲ ਚਾਹਵੇ ਵਿਆਹ ਕਰਵਾ ਸਕਦਾ, ਪਰ ਉਹਨਾਂ ਦੀ ਸਿਰਫ ਇੱਕ ਹੀ ਸ਼ਰਤ ਆ ਕਿ ਕੁੜੀ ਇੱਜ਼ਤਦਾਰ ਤੇ ਸਮਝਦਾਰ ਹੋਣੀ ਚਾਹੀਦੀ ਆ। ਨਿਸਾਰ ਨੂੰ ਕੰਮ ਕਰਦਿਆਂ ਸ਼ਾਮ ਪੈ ਚੁੱਕੀ ਸੀ। ਮਿਸਿਸ ਗਿੱਲ ਦੇ ਜ਼ਿਆਦਾ ਕਹਿਣ 'ਤੇ ਨਿਸਾਰ ਨੇ ਚੁੱਪ-ਚਾਪ ਰਸੋਈ 'ਚ ਖੜ੍ਹ ਕੇ ਹੀ 2 ਰੋਟੀਆਂ ਖਾ ਲਈਆਂ ਤੇ ਬਸ ਸਾਰਾ ਦਿਨ ਇਹੀ 2 ਰੋਟੀਆਂ ਨਾਲ ਸਾਰਿਆ। ਮਿਸਿਸ ਗਿੱਲ ਮੁਸਕਰਾਉਂਦੇ ਹੋਏ ਰਸੋਈ 'ਚ ਨਿਸਾਰ ਕੋਲ ਆਈ ਤੇ ਉਸ ਨੂੰ ਕਹਿਣ ਲੱਗੀ, ਤੂੰ ਬਹੁਤ ਪਿਆਰੀ ਆ, ਤੇ ਉਹਦੇ ਸਿਰ 'ਤੇ ਹੱਥ ਰੱਖ ਦਿੱਤਾ। ਫਿਰ ਮਿਸਿਸ ਗਿੱਲ ਨੇ ਘੜੀ 'ਤੇ ਟਾਈਮ ਵੇਖਿਆ ਤੇ ਪੁੱਛਿਆ, ਕੀ ਕੋਈ ਲੈਣ ਆਵੇਗਾ? ਨਿਸਾਰ ਨੇ ਚੁੱਪ-ਚਾਪ ਹਾਂ 'ਚ ਸਿਰ ਹਿਲਾਇਆ। ਫਿਰ ਮਿਸਿਸ ਗਿੱਲ ਨੇ ਉਸ ਨੂੰ ਜਾਣ ਵਕਤ ਲਿਫਾਫੇ 'ਚ ਕੁਝ ਮੱਠੀਆਂ ਪਾ ਕੇ ਲੈ ਜਾਣ ਲਈ ਕਿਹਾ, ਪਰ ਨਿਸਾਰ ਨੇ ਚੁੱਪ-ਚਾਪ ਨਾ 'ਚ ਸਿਰ ਹਿਲਾ ਦਿੱਤਾ। ਮਿਸਿਸ ਗਿੱਲ ਨੇ ਹੱਸਦੇ ਹੋਏ ਉਸ ਨੂੰ ਕਿਹਾ, ਨਿਸਾਰ ਬੇਟੇ, ਇਹ ਘਰ ਤੇਰਾ ਆਪਦਾ ਹੀ ਸਮਝ। ਸਾਡੇ ਲਈ ਤੂੰ ਇੱਕ ਕੰਮ ਵਾਲੀ ਬਾਅਦ ਜਾਂ ਪਹਿਲਾਂ ਤੂੰ ਇੱਕ ਇਨਸਾਨ ਆ ਜਿਸ ਨੂੰ ਭੁੱਖ ਪਿਆਸ ਲੱਗਦੀ ਆ। ਇਸ ਲਈ ਸੰਗਣ ਦੀ ਲੋੜ ਨਹੀਂ। ਜਦੋਂ ਭੁੱਖ ਲੱਗੀ ਹੋਵੇ ਕੁਝ ਖਾ ਲਿਆ ਕਰ ਤੇ ਪਾਣੀ ਵੀ ਪੀ ਲਿਆ ਕਰ। ਨਿਸਾਰ ਨੇ ਬਦਲੇ 'ਚ ਸਿਰਫ ਹਲਕੀ ਜਿਹੀ ਸਮਾਈਲ ਕੀਤੀ ਤੇ ਮਿਸਿਸ ਗਿੱਲ ਉਸ ਦੀ ਮਾਸੂਮੀਅਤ ਨੂੰ ਵੇਖ ਕੇ ਹੱਸਣ ਲੱਗੀ। ਹੁਣ ਜਿੰਨਾ ਚਿਰ ਨਿਸਾਰ ਦੀ ਮਾਂ ਬਿਮਾਰ ਸੀ, ਨਿਸਾਰ ਨੂੰ ਉਨੇ ਦਿਨ ਮਿਸਿਸ ਗਿੱਲ ਦੇ ਘਰ ਕੰਮ ਕਰਨਾ ਪੈਣਾ ਸੀ। ਨਿਸਾਰ ਦਾ ਹੁਣ ਇਹ ਨਿੱਤ ਦਾ ਕੰਮ ਹੋ ਚੁੱਕਾ ਸੀ। ਨਿਸਾਰ ਚੁੱਪ-ਚਾਪ ਉਹਨਾਂ ਦੇ ਘਰ ਕੰਮ ਕਰਦੀ ਰਹਿੰਦੀ।
ਮਿਸਿਸ ਗਿੱਲ ਦੀ ਇੱਕੋ ਆਵਾਜ਼ ਤੇ ਨਿਸਾਰ ਉਸ ਕੋਲ ਦੌੜ ਕੇ ਆਉਂਦੀ ਤੇ ਉਹ ਜੋ ਵੀ ਕਹਿੰਦੀ ਨਿਸਾਰ ਫਟਾਫਟ ਉਹਦਾ ਕੰਮ ਕਰਦੀ, ਪਰ ਨਿਸਾਰ ਉਸ ਨਾਲ ਕੋਈ ਗੱਲਬਾਤ ਨਹੀਂ ਕਰਦੀ ਸੀ। ਕਾਫੀ ਦਿਨ ਇਦਾਂ ਹੀ ਲੰਘ ਗਏ। ਪ੍ਰੇਮ ਸਵੇਰੇ ਤਿਆਰ ਹੋ ਕੇ ਘਰੋਂ ਨਿਕਲ ਜਾਂਦਾ, ਫਿਰ ਸ਼ਾਮ ਨੂੰ ਜਾ ਕੇ ਫਿਰ ਰਾਤ ਨੂੰ ਵਾਪਸ ਆਉਂਦਾ। ਨਿਸਾਰ ਉਸ ਨੂੰ ਜਾਂਦੇ ਹੋਏ ਰੀਝ ਨਾਲ ਦੇਖਦੀ ਤੇ ਜਦੋਂ ਵੀ ਵੇਖਦੀ ਉਹਦੇ ਦਿਲ ਦੀ ਧੜਕਣ ਦੀ ਤੇਜ਼ੀ ਉਸ ਨੂੰ ਸਾਫ਼ ਮਹਿਸੂਸ ਹੁੰਦੀ। ਫਿਰ ਸ਼ਾਮ ਨੂੰ ਉਹਦੇ ਆਉਣ ਤੇ ਭੱਜ ਕੇ ਗੇਟ ਖੋਲ੍ਹਦੀ, ਜਿਵੇਂ ਨਿਸਾਰ ਨੂੰ ਹਰ ਵਕਤ ਉਸ ਦੇ ਆਉਣ ਦਾ ਤੇ ਉਸ ਨੂੰ ਵੇਖਣ ਦਾ ਇੰਤਜ਼ਾਰ ਹੋਵੇ। ਪਰ ਪ੍ਰੇਮ ਨੇ ਕਦੇ ਵੀ ਨਿਸਾਰ ਵੱਲ ਨਹੀਂ ਦੇਖਿਆ ਸੀ। ਜਦੋਂ ਨਿਸਾਰ ਕਮਰੇ ਦੀ ਸਫਾਈ ਕਰ ਰਹੀ ਹੁੰਦੀ ਤਾਂ ਪ੍ਰੇਮ ਕਮਰੇ ਤੋਂ ਬਾਹਰ ਆ ਜਾਂਦਾ। ਮਤਲਬ ਬਸ ਇੰਨਾ ਸੀ ਕਿ ਪ੍ਰੇਮ ਕਦੇ ਵੀ ਨਿਸਾਰ ਦੇ ਆਮਣੇ ਸਾਹਮਣੇ ਨਹੀਂ ਹੋਇਆ ਸੀ। ਇੱਕ ਗੱਲ ਹੋਰ, ਪ੍ਰੇਮ ਨੇ ਕਦੇ ਨਿਸਾਰ ਨੂੰ ਬੋਲਦੇ ਨਹੀਂ ਸੁਣਿਆ ਸੀ, ਕਿਉਂਕਿ ਪ੍ਰੇਮ ਨੇ ਕਦੇ ਨਿਸਾਰ ਨਾਲ ਕੋਈ ਗੱਲ ਹੀ ਨਹੀਂ ਕੀਤੀ ਸੀ ਤੇ ਨਾ ਹੀ ਕਦੇ ਲੋੜ ਪਈ ਸੀ। ਇਸ ਲਈ ਪ੍ਰੇਮ ਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸਭ ਸਮਝ ਰਿਹਾ ਸੀ ਕਿ ਨਿਸਾਰ ਗੂੰਗੀ ਆ, ਕਿਉਂਕਿ ਪ੍ਰੇਮ ਨੇ ਕਦੇ ਨਿਸਾਰ ਦੀ ਆਵਾਜ਼ ਹੀ ਨਹੀਂ ਸੁਣੀ ਸੀ। ਜਦੋਂ ਪ੍ਰੇਮ ਘਰ ਵਿੱਚ ਹੁੰਦਾ ਤਾਂ ਨਿਸਾਰ ਕੰਮ ਕਰਦੇ ਹੋਏ ਇੱਧਰ ਉੱਧਰ ਉਸ ਨੂੰ ਲੱਭਦੀ ਰਹਿੰਦੀ। ਪ੍ਰੇਮ ਦੇ ਲਈ ਇੰਨੀ ਬੇਚੈਨੀ ਨਿਸਾਰ ਨੂੰ ਕਿਉਂ ਮਹਿਸੂਸ ਹੋ ਰਹੀ ਸੀ, ਇਹ ਗੱਲ ਨਿਸਾਰ ਵੀ ਨਹੀਂ ਜਾਣਦੀ ਸੀ। ਇੱਕ ਦਿਨ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਨਿਸਾਰ ਆਪਣੇ ਘਰ ਆ ਰਹੀ ਸੀ। ਰਾਤ ਦੇ ਕਰੀਬ 8 ਵੱਜ ਗਏ ਤੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ। ਨਿਸਾਰ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮਿਸਿਸ ਗਿੱਲ ਤੇ ਮਿਸਟਰ ਗਿੱਲ ਖੜੇ ਸੀ। ਨਿਸਾਰ ਨੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ ਤੇ ਪਾਣੀ ਦਿੱਤਾ। ਨਿਸਾਰ ਦੇ ਪਿਤਾ ਨੇ ਉਹਨਾਂ ਨੂੰ ਪੁੱਛਿਆ ਕਿ ਜੇਕਰ ਨਿਸਾਰ ਤੋਂ ਕੋਈ ਕੰਮ ਕਰਵਾਉਣਾ ਸੀ ਤਾਂ ਉਹ ਦੱਸ ਦਿਆ ਕਰਨ, ਨਿਸਾਰ ਉਹਨਾਂ ਦੇ ਘਰ ਰੁਕ ਜਾਇਆ ਕਰੇਗੀ। ਪਰ ਮਿਸਟਰ ਗਿੱਲ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਕਿਸੇ ਕੰਮ ਲਈ ਨਹੀਂ ਆਏ, ਬਲਕਿ ਉਹ ਤਾਂ ਨਿਸਾਰ ਦੀ ਮਾਂ ਦਾ ਹਾਲ ਚਾਲ ਪੁੱਛਣ ਲਈ ਆਏ ਆ। ਹੁਣ ਉਸ ਦੀ ਤਬੀਅਤ ਕਿਵੇਂ ਆ? ਨਿਸਾਰ ਦੇ ਪਿਤਾ ਨੂੰ ਬੜੀ ਖੁਸ਼ੀ ਹੋਈ ਕਿ ਮਾਲਕ ਉਸ ਦੀ ਪਤਨੀ ਦਾ ਹਾਲ ਚਾਲ ਪੁੱਛਣ ਲਈ ਆਏ ਆ। ਇਸ ਤੋਂ ਵੀ ਜ਼ਿਆਦਾ ਖੁਸ਼ੀ ਨਿਸਾਰ ਨੂੰ ਹੋਈ ਇਹ ਵੇਖ ਕੇ ਕਿ ਮਿਸਟਰ ਗਿੱਲ ਤੇ ਮਿਸਿਸ ਗਿੱਲ ਦੋਵਾਂ ਨੂੰ ਪੈਸੇ ਦਾ ਹੰਕਾਰ ਨਹੀਂ ਸੀ ਤੇ ਨਾ ਹੀ ਨਿਸਾਰ ਦੇ ਗਰੀਬ ਖਾਨੇ 'ਚ ਆਉਣ ਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਮਹਿਸੂਸ ਹੋਈ। ਇਸ ਗੱਲ ਨਾਲ ਨਿਸਾਰ ਦੇ ਦਿਲ 'ਚ ਉਹਨਾਂ ਲਈ ਇੱਜ਼ਤ ਹੋਰ ਵੀ ਵੱਧ ਗਈ। ਮਿਸਿਸ ਗਿੱਲ ਨੇ ਨਿਸਾਰ ਨੂੰ ਇੱਕ ਲਿਫਾਫਾ ਵੀ ਫੜਾਇਆ ਜਿਸ ਵਿੱਚ ਕੁਝ ਫਲ ਸਨ। ਸਮਾਂ ਗੁਜ਼ਰਿਆ ਤੇ ਸਮੇਂ ਦੀ ਇੱਕ ਕਰਵਟ ਬਦਲੀ। ਨਿਸਾਰ ਹੁਣ ਇਕੱਲੀ ਵੀ ਘਰੋਂ ਬਾਹਰ ਨਿਕਲਣ ਲੱਗ ਪਈ ਸੀ, ਪਰ ਕੰਮ ਵਾਲਿਆਂ ਦੇ ਘਰ ਜਾਣਾ ਤੇ ਵਾਪਸ ਮੁੜ ਆਉਣਾ ਇਹੀ ਨਿਸਾਰ ਦਾ ਕੰਮ ਸੀ। ਨਿਸਾਰ ਨੂੰ ਆਉਂਦੇ ਜਾਂਦੇ ਸ਼ਾਮ ਵੇਖਦਾ ਤੇ ਮੁਸਕਰਾ ਕੇ ਬਸ ਦਿਲ ਰਾਹੀਂ ਹੀ ਅੱਖਾਂ ਰਾਹੀਂ ਗੱਲਾਂ ਕਰ ਲੈਂਦਾ। ਸ਼ਾਮ ਨੂੰ ਨਿਸਾਰ ਬਹੁਤ ਸੋਹਣੀ ਤੇ ਇੱਕ ਹੁਸਨ ਪਰੀ ਵਾਂਗੂ ਲੱਗਦੀ ਸੀ, ਪਰ ਸ਼ਾਮ ਕਹਿੰਦਾ ਕੁਝ ਨਹੀਂ ਸੀ। ਇੱਕ ਦਿਨ ਰੂਹੀ ਨਿਸਾਰ ਨੂੰ ਮਿਲਣ ਆਈ, ਪਰ ਨਿਸਾਰ ਤਾਂ ਕੰਮ ਵਾਲਿਆਂ ਦੇ ਘਰੇ ਗਈ ਹੋਈ ਸੀ। ਰੂਹੀ ਉਹਨਾਂ ਦੇ ਘਰ ਨਿਸਾਰ ਕੋਲ ਮਿਲਣ ਲਈ ਚਲੀ ਗਈ ਤੇ ਮਿਸਿਸ ਗਿੱਲ ਦੀ ਇਜਾਜ਼ਤ ਨਾਲ ਰੂਹੀ ਉਸ ਕੋਲ ਜਾ ਕੇ ਰਸੋਈ 'ਚ ਖੜ ਗਈ। ਰੂਹੀ ਨਿਸਾਰ ਵੱਲ ਵੇਖਦੀ ਰਹੀ ਤੇ ਫਿਰ ਮੌਕਾ ਵੇਖ ਕੇ ਉਸਨੇ ਨਿਸਾਰ ਨਾਲ ਗੱਲ ਸ਼ੁਰੂ ਕੀਤੀ। ਰੂਹੀ ਨੇ ਨਿਸਾਰ ਨੂੰ ਸ਼ਾਮ ਬਾਰੇ ਦੱਸਿਆ ਕਿ ਉਹ ਕਿਵੇਂ ਉਸ ਨੂੰ ਲੁਕ ਕੇ ਵੇਖਦਾ ਰਹਿੰਦਾ। ਨਿਸਾਰ ਬਹੁਤ ਸਮਝਦਾਰ ਸੀ। ਉਸਨੇ ਰੂਹੀ ਦੀ ਗੱਲ ਬੜੇ ਧਿਆਨ ਨਾਲ ਸੁਣੀ, ਪਰ ਕੁਝ ਵੀ ਮੌਕੇ 'ਤੇ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਰੂਹੀ ਨੇ ਉਸ ਨੂੰ ਚੁੱਪ ਵੇਖ ਕੇ ਦੁਬਾਰਾ ਸ਼ਾਮ ਬਾਰੇ ਪੁੱਛਿਆ ਤੇ ਨਿਸਾਰ ਨੇ ਸਿਰਫ ਇੰਨਾ ਹੀ ਜਵਾਬ ਦਿੱਤਾ ਕਿ ਜੇਕਰ ਉਸਦੇ ਸ਼ਾਮ ਦੇ ਸੰਜੋਗ ਹੋਏ ਤਾਂ ਉਹ ਜ਼ਰੂਰ ਮਿਲ ਪਾਉਣਗੇ, ਨਹੀਂ ਤਾਂ ਫਿਰ ਨਿਸਾਰ ਦੇ ਮੁਤਾਬਕ ਉਹ ਆਪਣੇ ਮਾਤਾ ਪਿਤਾ ਦੇ ਕਹਿਣ ਤੋਂ ਬਾਹਰ ਨਹੀਂ ਜਾ ਸਕਦੀ। ਰੂਹੀ ਨੇ ਉਸ ਨੂੰ ਕਿਹਾ ਕਿ ਇੱਕ ਵਾਰ ਉਹ ਸ਼ਾਮ ਨੂੰ ਜ਼ਰੂਰ ਮਿਲੇ, ਪਰ ਨਿਸਾਰ ਨੇ ਬੜੀ ਨਜ਼ਾਕਤ ਨਾਲ ਨਾ ਕਰ ਦਿੱਤੀ। ਰੂਹੀ ਨੇ ਉਸ ਦਾ ਗੁੱਸਾ ਤਾਂ ਨਹੀਂ ਕੀਤਾ, ਪਰ ਉਸ ਦਾ ਜਵਾਬ ਸੁਣਨ ਤੋਂ ਬਾਅਦ ਰੂਹੀ ਚੁੱਪਚਾਪ ਚਲੀ ਗਈ। ਘਰ ਜਾ ਕੇ ਰੂਹੀ ਨੇ ਸ਼ਾਮ ਨੂੰ ਦੱਸ ਦਿੱਤਾ ਕਿ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ। ਸ਼ਾਮ ਰੂਹੀ ਦੇ ਮੂੰਹੋਂ ਨਿਸਾਰ ਦਾ ਜਵਾਬ ਸੁਣ ਕੇ ਥੋੜਾ ਪਰੇਸ਼ਾਨ ਤਾਂ ਹੋਇਆ, ਪਰ ਉਹ ਵੀ ਚਾਹੁੰਦਾ ਸੀ ਕਿ ਨਿਸਾਰ ਨੂੰ ਸੋਚਣ ਲਈ ਕੁਝ ਸਮਾਂ ਦਿੱਤਾ ਜਾਵੇ। ਉਹ ਇੰਨੀ ਗੱਲ ਨਾਲ ਖੁਸ਼ ਹੋ ਗਿਆ ਕਿ ਚਲੋ ਘੱਟੋ ਘੱਟ ਨਿਸਾਰ ਨੂੰ ਇਹ ਤਾਂ ਪਤਾ ਲੱਗਾ ਕਿ ਮੈਂ ਉਸ ਨੂੰ ਪਸੰਦ ਕਰਦਾ। ਸ਼ਾਮ ਇਹੀ ਸੋਚ ਕੇ ਆਪਣੇ ਦਿਲ 'ਚ ਖੁਸ਼ ਹੁੰਦਾ ਰਿਹਾ ਤੇ ਸੋਚਦਾ ਰਿਹਾ ਕਿ ਇੱਕ ਦਿਨ ਨਿਸਾਰ ਖੁਦ ਆਵੇਗੀ ਤੇ ਮੈਨੂੰ ਆਪਣੇ ਜੀਵਨ ਸਾਥੀ ਦੇ ਰੂਪ 'ਚ ਸਵੀਕਾਰ ਕਰਦੀ ਹੋਈ ਮੈਨੂੰ ਹਾਂ ਕਹਿ ਦੇਵੇਗੀ। ਪਰ ਪਿਆਰ ਇਸ ਤਰ੍ਹਾਂ ਸਿਰੇ ਨਹੀਂ ਚੜ੍ਹਿਆ ਕਰਦੇ। ਪਿਆਰ ਨੂੰ ਪਾਉਣ ਲਈ ਕੋਸ਼ਿਸ਼ ਤੇ ਹਿੰਮਤ ਦੀ ਲੋੜ ਹੁੰਦੀ ਆ, ਜੋ ਸ਼ਾਮ ਨੇ ਨਹੀਂ ਕੀਤੀ ਸੀ। ਉਸਨੇ ਕੀਤਾ ਸਿਰਫ ਨਿਸਾਰ ਦਾ ਇੰਤਜ਼ਾਰ, ਜਿਹੜਾ ਕਦੇ ਵੀ ਖਤਮ ਹੋਣ ਵਾਲਾ ਨਹੀਂ ਸੀ। ਕੁਝ ਦਿਨਾਂ ਬਾਅਦ ਕੁਝ ਅਜਿਹਾ ਵਾਪਰ ਗਿਆ ਜੋ ਸ਼ਾਮ ਦੇ ਸਾਰੇ ਸੁਪਨੇ ਤੋੜ ਗਿਆ ਤੇ ਉਸ ਦੇ ਇੰਤਜ਼ਾਰ ਦੀਆਂ ਰਾਹਾਂ ਜੋ ਨਿਸਾਰ ਤੱਕ ਜਾਂਦੀਆਂ ਸਨ, ਉਹ ਸਾਰੀਆਂ ਧੁੰਦਲੀਆਂ ਹੋ ਕੇ ਬੰਦ ਹੋ ਗਈਆਂ। ਨਿਸਾਰ ਆਪਣੀ ਬਿਮਾਰ ਮਾਂ ਦੀ ਥਾਂ ਤੇ ਕੰਮ ਕਰਨ ਵਾਲਿਆਂ ਦੇ ਘਰ ਜਾਂਦੀ। ਜਦੋਂ ਪ੍ਰੇਮ ਨੂੰ ਵੇਖਦੀ ਤਾਂ ਆਪਣੇ ਦਿਲ 'ਚ ਇੱਕ ਖਿੱਚ ਜ਼ਰੂਰ ਮਹਿਸੂਸ ਕਰਦੀ, ਪਰ ਨਿਸਾਰ ਬਹੁਤ ਸਮਝਦਾਰ ਸੀ। ਉਹ ਜਾਣਦੀ ਸੀ ਕਿ ਪ੍ਰੇਮ ਦੇ ਮਾਮਲੇ 'ਚ ਉਹ ਕੋਈ ਵੀ ਸੁਪਨਾ ਨਹੀਂ ਬੁਣ ਸਕਦੀ, ਕਿਉਂਕਿ ਉਹ ਪ੍ਰੇਮ ਦੇ ਘਰ ਕੇਵਲ ਇੱਕ ਕੰਮ ਵਾਲੀ ਨੌਕਰਾਣੀ ਸੀ ਤੇ ਪ੍ਰੇਮ ਉਸ ਦਾ ਮਾਲਕ। ਕੁਝ ਦਿਨਾਂ 'ਚ ਹੀ ਪ੍ਰੇਮ ਦੀ ਮੰਗਣੀ ਹੋ ਗਈ। ਮਹਿਮਾਨਾਂ ਦਾ ਘਰ ਵਿੱਚ ਬਹੁਤ ਇਕੱਠ ਸੀ। ਸਾਰਾ ਕੁਝ ਨਿਸਾਰ ਨਹੀਂ ਸਾਂਭਿਆ।
ਨਿਸਾਰ ਮਹਿਸੂਸ ਕਰ ਰਹੀ ਸੀ ਕਿ ਉਸ ਦਾ ਦਿਲ ਕੁਝ ਵਧੀਆ ਮਹਿਸੂਸ ਨਹੀਂ ਕਰ ਰਿਹਾ। ਨਿਸਾਰ ਨੇ ਕੁਝ ਇੱਦਾਂ ਮਹਿਸੂਸ ਕੀਤਾ ਕਿ ਕੁਝ ਇੱਦਾਂ ਦਾ ਸੀ ਜਿਹੜਾ ਨਿਸਾਰ ਕੋਲੋਂ ਖੋਹ ਲਿਆ ਗਿਆ ਸੀ। ਪਰ ਕੀ ਸੀ ਜੋ ਉਸ ਕੋਲੋਂ ਖੋਇਆ ਹੋਇਆ ਮਹਿਸੂਸ ਕਰ ਰਹੀ ਸੀ? ਉਹ ਤਾਂ ਕਦੇ ਉਸ ਦਾ ਸੀ ਹੀ ਨਹੀਂ, ਪਰ ਫਿਰ ਵੀ ਨਿਸਾਰ ਨੂੰ ਬੇਚੈਨੀ ਤੇ ਮਹਿਸੂਸ ਹੋ ਰਹੀ ਸੀ। ਪ੍ਰੇਮ ਨੇ ਇਸ ਮੰਗਣੀ ਆਪਦੀ ਦੋਸਤ ਕੁੜੀ ਨਾਲ ਆਪਦੀ ਮਰਜ਼ੀ ਨਾਲ ਕਰਵਾਈ। ਮਿਸਟਰ ਗਿੱਲ ਨੇ ਇਹੀ ਕਿਹਾ ਸੀ ਕਿ ਜਿਸ ਵਿੱਚ ਤੂੰ ਖੁਸ਼ ਆ, ਸਾਡੀ ਵੀ ਉਸੇ 'ਚ ਖੁਸ਼ੀ ਆ। ਕੁੜੀ ਦਾ ਨਾਮ ਸੋਨੀਆ ਸੀ। ਪ੍ਰੇਮ ਤੇ ਸੋਨੀਆ ਦੋਵੇਂ ਦੋਸਤ ਸੀ। ਫਿਰ ਉਹਨਾਂ ਨੇ ਵਿਆਹ ਕਰਵਾ ਕੇ ਇਕੱਠੇ ਜ਼ਿੰਦਗੀ ਜਿਉਣ ਦਾ ਸੋਚਿਆ, ਜਿਸ ਦੀ ਸ਼ੁਰੂਆਤ ਇਹ ਮੰਗਣੀ ਸੀ। ਨਿਸਾਰ ਨੇ ਘਰ ਦਾ ਕੰਮ ਕੀਤਾ ਤੇ ਆਪਦੇ ਘਰ ਚਲੀ ਗਈ। ਘਰ ਜਾ ਕੇ ਨਿਸਾਰ ਨੇ ਬਹੁਤ ਬੇਚੈਨੀ ਮਹਿਸੂਸ ਕੀਤੀ। ਬਾਰ-ਬਾਰ ਉਸਦੇ ਅੱਖਾਂ ਅੱਗੇ ਪ੍ਰੇਮ ਦਾ ਚਿਹਰਾ ਆ ਰਿਹਾ ਸੀ, ਪਰ ਨਿਸਾਰ ਨੇ ਖਿੜਕੀ ਵਿੱਚੋਂ ਦੀ ਚੰਦਰਮਾ ਦੀ ਰੋਸ਼ਨੀ ਵੱਲ ਵੇਖਿਆ ਤੇ ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਆਪ ਨੂੰ ਕਿਹਾ, ਨਹੀਂ, ਮੇਰਾ ਉਸ 'ਤੇ ਕੋਈ ਹੱਕ ਨਹੀਂ ਤੇ ਨਾ ਹੀ ਕਦੇ ਸੀ। ਫਿਰ ਮੁਸਕਰਾਈ ਤੇ ਚੰਦਰਮਾ ਵੱਲ ਵੇਖਦੀ ਹੋਈ ਕਹਿਣ ਲੱਗੀ, ਜਿਵੇਂ ਤੂੰ ਸਾਰਿਆਂ ਨੂੰ ਨਿਸਵਾਰਥ ਭਾਵਨਾ ਨਾਲ ਰੋਸ਼ਨੀ ਦਿੰਦਾ ਤੇ ਦੂਜਿਆਂ ਦਾ ਰਾਹ ਰੋਸ਼ਨ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਵੀ ਨਿਸਾਰ ਹਾਂ ਤੇ ਦੂਸਰਿਆਂ ਦੀ ਖੁਸ਼ੀ ਲਈ ਖੁਦ ਨੂੰ ਉਹਨਾਂ 'ਤੇ ਨਿਸ਼ਾਰ ਹੋ ਜਾਵਾਂਗੀ। ਵੈਸੇ ਵੀ ਮੈਂ ਪ੍ਰੇਮ ਜੀ ਦੇ ਕਾਬਲ ਨਹੀਂ, ਉਹ ਚੰਦਰਮਾ ਨੇ ਤੇ ਮੈਂ ਧਰਤੀ 'ਤੇ ਰਹਿਣ ਵਾਲੀ ਇੱਕ ਮਾਮੂਲੀ ਜਿਹੀ ਕੁੜੀ, ਜਿਹੜੀ ਸਿਰਫ ਚੰਦਰਮਾ ਨੂੰ ਦੂਰੋਂ ਵੇਖ ਕੇ ਖੁਸ਼ ਹੋ ਸਕਦੀ ਆ, ਉਸ ਦੇ ਕੋਲ ਨਹੀਂ ਜਾ ਸਕਦੀ ਤੇ ਨਾ ਹੀ ਉਸ ਨੂੰ ਛੂਹ ਸਕਦੀ ਆ। ਸੋ ਇਹ ਸਭ ਸੋਚ ਕੇ ਨਿਸਾਰ ਨੇ ਸਬਰ ਕਰਨਾ ਹੀ ਠੀਕ ਸਮਝਿਆ, ਕਿਉਂਕਿ ਉਹ ਪ੍ਰੇਮ 'ਤੇ ਕੋਈ ਹੱਕ ਨਹੀਂ ਜਤਾ ਸਕਦੀ ਸੀ। ਇੱਕ ਦਿਨ ਪ੍ਰੇਮ ਦਾ ਦੋਸਤ ਉਸ ਦੇ ਘਰ ਆਇਆ। ਉਸਨੇ ਨਿਸਾਰ ਨੂੰ ਘਰ ਦਾ ਕੰਮ ਕਰਦਿਆਂ ਵੇਖਿਆ। ਫਿਰ ਉਸਨੇ ਪ੍ਰੇਮ ਨੂੰ ਨਿਸਾਰ ਬਾਰੇ ਪੁੱਛਿਆ। ਪ੍ਰੇਮ ਨੇ ਬੜੀ ਸਹਿਜਤਾ ਨਾਲ ਜਵਾਬ ਦਿੱਤਾ, ਵਿਚਾਰੀ ਗੂੰਗੀ ਆ, ਬਹੁਤ ਗਰੀਬ ਆ, ਸਾਡੇ ਘਰੇ ਕੰਮ ਕਰਦੀ ਆ। ਪਰ ਪ੍ਰੇਮ ਦੇ ਦੋਸਤ ਨੇ ਵੀ ਨਿਸਾਰ ਨੂੰ ਵੇਖ ਕੇ ਮਹਿਸੂਸ ਕੀਤਾ ਕਿ ਉਸ ਵਿੱਚ ਜ਼ਰੂਰ ਕੁਝ ਅਲੱਗ ਸੀ ਜੋ ਉਸ ਨੂੰ ਬਾਕੀ ਕੁੜੀਆਂ ਤੋਂ ਵੱਖਰਾ ਕਰਦਾ ਸੀ। ਪਰ ਪ੍ਰੇਮ ਨੇ ਕਦੇ ਵੀ ਨਿਸਾਰ ਵੱਲ ਨਾ ਦੇਖਿਆ ਸੀ ਤੇ ਨਾ ਹੀ ਕਦੇ ਉਸ ਦੀ ਆਵਾਜ਼ ਸੁਣੀ ਸੀ। ਪਰ ਪ੍ਰੇਮ ਇੰਨਾ ਜ਼ਰੂਰ ਜਾਣਦਾ ਸੀ ਕਿ ਨਿਸਾਰ ਇੰਨੀ ਸੋਹਣੀ ਤਾਂ ਨਹੀਂ ਕਿ ਕਿਸੇ ਨੂੰ ਪ੍ਰਭਾਵਿਤ ਕਰ ਸਕੇ। ਦਿਨ ਗੁਜ਼ਰਦੇ ਗਏ। ਪ੍ਰੇਮ ਆਪਣੀ ਮੰਗੇਤਰ ਸੋਨੀਆ ਦੇ ਪਿਆਰ 'ਚ, ਖੂਬਸੂਰਤੀ 'ਚ ਪਾਗਲ ਸੀ। ਪ੍ਰੇਮ ਨੂੰ ਲੱਗਦਾ ਸੀ ਕਿ ਜਿੰਨੀ ਸੋਹਣੀ ਕੁੜੀ ਅਰਸ਼ਾਂ ਦੀ ਹੂਰ ਉਸ ਨੂੰ ਆਪਣੀ ਜ਼ਿੰਦਗੀ 'ਚ ਚਾਹੀਦੀ ਸੀ, ਉਹ ਉਸ ਨੂੰ ਮਿਲ ਗਈ। ਪ੍ਰੇਮ ਤੇ ਸੋਨੀਆ ਇੱਕ ਦੂਜੇ ਨਾਲ ਵਧੀਆ ਸਮਾਂ ਬਤੀਤ ਕਰ ਰਹੇ ਸੀ। ਫਿਰ ਇੱਕ ਦਿਨ ਪ੍ਰੇਮ ਨੇ ਉਸ ਨੂੰ ਮਿਲਣ ਲਈ ਇੱਕ ਰੈਸਟੋਰੈਂਟ 'ਚ ਜਾਣਾ ਸੀ। ਉਸਨੇ ਆਪਣੀ ਬਾਈਕ ਕੱਢੀ ਤੇ ਸੋਨੀਆ ਨੂੰ ਮਿਲਣ ਦੀ ਉਤਸੁਕਤਾ ਨਾਲ ਆਪਣੀ ਬਾਈਕ ਦੀ ਸਪੀਡ ਖਿੱਚ ਦਿੱਤੀ। ਰਫ਼ਤਾਰ ਇੰਨੀ ਤੇਜ਼ ਸੀ ਜਿਸ ਦੀ ਉਹਨੇ ਇੱਕ ਗੱਡੀ ਨਾਲ ਟਕਰਾ ਜਾ ਕੇ ਖਤਮ ਹੋ ਗਈ। ਪ੍ਰੇਮ ਨੂੰ ਹਸਪਤਾਲ ਲਿਜਾਇਆ ਗਿਆ। ਸੱਟ ਕਾਫੀ ਗੰਭੀਰ ਸੀ। ਨਤੀਜਾ ਇਹ ਨਿਕਲਿਆ ਕਿ ਪ੍ਰੇਮ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ। ਉਸ ਲਈ ਉਸ ਦੀ ਰੰਗੀਨ ਦੁਨੀਆ ਹਨੇਰੀ ਹੋ ਗਈ। ਪ੍ਰੇਮ ਦੇਖ ਨਹੀਂ ਸਕਦਾ ਸੀ, ਹੁਣ ਉਹ ਅੰਨ੍ਹਾ ਹੋ ਗਿਆ। ਪ੍ਰੇਮ ਨੂੰ ਘਰ ਲਿਆਂਦਾ ਗਿਆ, ਪਰ ਪ੍ਰੇਮ ਦਾ ਦਿਲ ਬਿਲਕੁਲ ਟੁੱਟ ਚੁੱਕਾ ਸੀ। ਕਿੱਥੇ ਪ੍ਰੇਮ ਆਪਣੀ ਮੰਗੇਤਰ ਨਾਲ ਰੰਗੀਨ ਦੁਨੀਆ ਬਿਤਾਉਣ ਦੇ ਸੁਪਨੇ ਸਜਾ ਰਿਹਾ ਸੀ ਤੇ ਹੁਣ ਉਸ ਦੀ ਸਾਰੀ ਦੁਨੀਆ ਹੀ ਵੀਰਾਨ ਹੋ ਗਈ ਸੀ। ਇਸ ਤੋਂ ਵੱਡਾ ਹੋਰ ਝਟਕਾ ਪ੍ਰੇਮ ਨੂੰ ਉਦੋਂ ਲੱਗਾ ਜਦੋਂ ਉਸ ਨੂੰ ਪਤਾ ਲੱਗਾ ਕਿ ਸੋਨੀਆ ਨੇ ਉਸ ਨਾਲ ਕੀਤੀ ਹੋਈ ਮੰਗਣੀ ਤੋੜ ਦਿੱਤੀ ਆ। ਸੋਨੀਆ ਨੇ ਇਹ ਕਹਿ ਕੇ ਪ੍ਰੇਮ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਕਿਸੇ ਅੰਨੇ ਮੁੰਡੇ ਨੂੰ ਆਪਣਾ ਜੀਵਨ ਸਾਥੀ ਨਹੀਂ ਬਣਾ ਸਕਦੀ ਤੇ ਆਪਣੀ ਸਾਰੀ ਜ਼ਿੰਦਗੀ ਉਸ ਲਈ ਬਰਬਾਦ ਨਹੀਂ ਕਰ ਸਕਦੀ। ਪ੍ਰੇਮ ਬਿਲਕੁਲ ਟੁੱਟ ਗਿਆ, ਕਿਉਂਕਿ ਪ੍ਰੇਮ ਇੰਨਾ ਸੋਹਣਾ ਸੀ ਕਿ ਕੁੜੀਆਂ ਉਸ ਉੱਤੇ ਆਪਣੀ ਜਾਨ ਛਿੜਕਦੀਆਂ ਸੀ। ਪਰ ਹੁਣ ਪ੍ਰੇਮ ਦੀ ਇਹੋ ਜਿਹੀ ਹਾਲਤ ਵਿੱਚ ਸੀ ਕਿ ਕੋਈ ਵੀ ਕੁੜੀ ਅੰਨੇ ਹੋਏ ਪ੍ਰੇਮ ਨੂੰ ਆਪਦਾ ਜੀਵਨ ਸਾਥੀ ਬਣਾਉਣ ਲਈ ਤਿਆਰ ਨਹੀਂ ਸੀ। ਪ੍ਰੇਮ ਦੀ ਚਕਾਚੌਂਧ ਵਾਲੀ ਜ਼ਿੰਦਗੀ 'ਚ ਹਨੇਰਾ ਹੋ ਚੁੱਕਾ ਸੀ। ਪ੍ਰੇਮ ਦੇ ਨਾਲ-ਨਾਲ ਨਿਸਾਰ ਦੀ ਜ਼ਿੰਦਗੀ ਨੇ ਵੀ ਕਰਵਟ ਬਦਲੀ। ਲੰਮਾ ਸਮਾਂ ਬਿਮਾਰ ਰਹਿਣ ਤੋਂ ਬਾਅਦ ਨਿਸਾਰ ਦੀ ਮਾਂ ਚੱਲ ਬਸੀ। ਹੁਣ ਘਰ ਵਿੱਚ ਨਿਸਾਰ ਤੇ ਉਸ ਦਾ ਬਾਪ ਕਮਾਉਂਦੇ ਸੀ ਤੇ ਨਿਸਾਰ ਦਾ ਭਰਾ ਤਾਂ ਸ਼ਰਾਬ ਦੇ ਨਸ਼ੇ 'ਚ ਪੈਸਾ ਉਡਾਉਂਦਾ ਸੀ। ਉਸ ਨੂੰ ਘਰ ਦਾ ਕੋਈ ਫਿਕਰ ਨਹੀਂ ਸੀ, ਨਾ ਲਿਆਉਣ ਦਾ, ਨਾ ਕਮਾਉਣ ਦਾ ਤੇ ਨਾ ਹੀ ਨਿਸਾਰ ਦੇ ਜਵਾਨ ਹੋਣ ਤੇ ਉਸ ਨੂੰ ਵਿਆਹੁਣ ਦਾ। ਉਹ ਬਸ ਆਪਦੀ ਦੁਨੀਆ 'ਚ ਮਸਤ ਰਹਿੰਦਾ ਸੀ। ਨਿਸਾਰ ਦਾ ਪਿਓ ਹੁਣ ਘਰ ਦੇ ਤੇ ਨਿਸਾਰ ਦਾ ਫਿਕਰ ਕਰਨ ਲੱਗ ਪਿਆ। ਉਹ ਹਰ ਵਕਤ ਇਹੀ ਸੋਚਦਾ ਕਿ ਉਸ ਦਾ ਬੇਟਾ ਤਾਂ ਘਰ ਤੋਂ ਬੇਫਿਕਰ ਆ, ਪਰ ਜੇ ਕੱਲ੍ਹ ਨੂੰ ਉਸ ਨੂੰ ਕੁਝ ਹੋ ਜਾਵੇ ਤਾਂ ਨਿਸਾਰ ਦਾ ਕੀ ਬਣੇਗਾ। ਇਸ ਤੋਂ ਇਲਾਵਾ ਉਹ ਨਿਸਾਰ ਦੇ ਵਿਆਹ ਦਾ ਵੀ ਫਿਕਰ ਕਰਨ ਲੱਗਾ। ਇਸ ਦੌਰਾਨ ਰੂਹੀ ਨਿਸਾਰ ਨਾਲ ਮਿਲਦੀ ਰਹੀ, ਜਿਸ ਕਰਕੇ ਨਿਸਾਰ ਦਾ ਦੁੱਖ ਥੋੜ੍ਹਾ ਘੱਟ ਹੁੰਦਾ ਗਿਆ। ਰੂਹੀ ਨੇ ਕਈ ਵਾਰ ਨਿਸਾਰ ਨਾਲ ਸ਼ਾਮ ਬਾਰੇ ਵੀ ਗੱਲ ਕੀਤੀ, ਪਰ ਨਿਸਾਰ ਕੋਈ ਜਵਾਬ ਨਹੀਂ ਸੀ ਦਿੰਦੀ। ਹੁਣ ਨਿਸਾਰ ਨੂੰ ਵੀ ਆਪਣੇ ਨਾਲੋਂ ਵੱਧ ਫਿਕਰ ਆਪਣੇ ਪਿਓ ਦੀ ਸੀ। ਪਰ ਨਿਸਾਰ ਨੇ ਆਪਣੀ ਮਾਂ ਦੇ ਸੋਗ ਤੋਂ ਬਾਅਦ ਕੰਮ ਵਾਲਿਆਂ ਦੇ ਘਰ ਜਾਣਾ ਜਾਰੀ ਰੱਖਿਆ। ਨਿਸਾਰ ਉਹਨਾਂ ਦੇ ਘਰ ਪਹਿਲਾਂ ਵਾਂਗ ਹੀ ਆਮ ਵਾਂਗ ਕੰਮ ਕਰਨ ਲੱਗੀ। ਮਿਸਿਸ ਗਿੱਲ ਪ੍ਰੇਮ ਦਾ ਬਹੁਤ ਖਿਆਲ ਰੱਖਦੀ ਸੀ। ਜਦੋਂ ਵੀ ਉਹ ਪ੍ਰੇਮ ਨੂੰ ਆਪਣੇ ਹੱਥ ਨਾਲ ਇੱਧਰ ਉੱਧਰ ਚੀਜ਼ਾਂ ਨੂੰ ਟੋਹ ਕੇ ਲੱਭਣ ਦੀ ਕੋਸ਼ਿਸ਼ ਕਰਦੀ ਤਾਂ ਉਹ ਬਹੁਤ ਦੁਖੀ ਹੋ ਜਾਂਦੀ। ਫਿਰ ਕਈ ਵਾਰ ਆਪਣੇ ਤੇ ਪ੍ਰੇਮ ਦਾ ਦਿਲ ਬਹਿਲਾਉਣ ਲਈ ਉਹ ਪ੍ਰੇਮ ਦਾ ਹੱਥ ਫੜ ਕੇ ਘਰ ਦੇ ਵਿੱਚ ਬਣੇ ਪਾਰਕ 'ਚ ਲੈ ਆਉਂਦੀ। ਇੱਕ ਦਿਨ ਮਿਸਿਸ ਗਿੱਲ ਉਸ ਨੂੰ ਰੋਜ਼ ਦੀ ਤਰ੍ਹਾਂ ਪਾਰਕ ਵਿੱਚ ਲੈ ਕੇ ਆਈ। ਉਹ ਪ੍ਰੇਮ ਦਾ ਹੱਥ ਫੜ ਕੇ ਫੁੱਲਾਂ ਨੂੰ ਛੋਹਣ ਲੱਗੀ
ਤਾਂ ਕਿ ਪ੍ਰੇਮ ਨੂੰ ਚੰਗਾ ਮਹਿਸੂਸ ਹੋਵੇ। ਫਿਰ ਮਿਸਿਸ ਗਿੱਲ ਨੂੰ ਅਚਾਨਕ ਕਿਸੇ ਦਾ ਫੋਨ ਆ ਗਿਆ ਤੇ ਉਹ ਫੋਨ ਸੁਣਨ ਲੱਗ ਪਈ। ਮਿਸਿਸ ਗਿੱਲ ਨੇ ਫੋਨ ਤੇ ਗੱਲ ਕਰਦਿਆਂ ਸਾਹਮਣੇ ਨਿਸਾਰ ਨੂੰ ਚਾਹ ਦੀ ਟਰੇ ਹੱਥ 'ਚ ਲਈ ਆਉਂਦੇ ਦੇਖਿਆ। ਮਿਸਿਸ ਗਿੱਲ ਨੇ ਫੋਨ ਤੇ ਗੱਲ ਕਰਦਿਆਂ ਨਿਸਾਰ ਨੂੰ ਕੋਲ ਬੁਲਾਇਆ ਤੇ ਪ੍ਰੇਮ ਦਾ ਹੱਥ ਉਸਦੇ ਹੱਥ 'ਚ ਦਿੰਦਿਆਂ ਉਸਨੂੰ ਪਾਰਕ 'ਚ ਗੇੜਾ ਕਢਵਾਉਣ ਦਾ ਇਸ਼ਾਰਾ ਕਰਕੇ ਇੱਕ ਪਾਸੇ ਖੜੀ ਗੱਲ ਕਰਨ ਲੱਗ ਪਈ। ਨਿਸਾਰ ਨੇ ਪ੍ਰੇਮ ਦਾ ਹੱਥ ਆਪਦੇ ਹੱਥ 'ਚ ਲਿਆ ਤੇ ਉਸ ਵੱਲ ਬੜੇ ਧਿਆਨ ਨਾਲ ਦੇਖਿਆ। ਉਹਦੇ ਦਿਲ 'ਚ ਕੁਝ ਹਲਚਲ ਹੋਈ। ਨਿਸਾਰ ਉਸ ਵੱਲ ਵੇਖ ਕੇ ਮੁਸਕਰਾਈ। ਫਿਰ ਆਪਣੇ ਦਿਲ 'ਚ ਕਿਹਾ, ਮੈਨੂੰ ਕੁਝ ਮਹਿਸੂਸ ਹੁੰਦਾ ਜਦੋਂ ਮੈਂ ਤੁਹਾਡੇ ਨੇੜੇ ਆਉਂਦੀ ਹਾਂ। ਜੇ ਤੁਹਾਡੇ ਇਸ ਹੱਥ ਦੀ ਤਰ੍ਹਾਂ ਦੀ ਜ਼ਿੰਦਗੀ ਦੇ ਸਾਰੇ ਹਾਲਾਤ ਮੇਰੇ ਹੱਥ 'ਚ ਹੋਣ, ਮੈਂ ਤੁਹਾਡੀ ਅੱਖਾਂ ਦੀ ਰੌਸ਼ਨੀ ਬਣ ਕੇ ਤੁਹਾਡੀ ਜ਼ਿੰਦਗੀ 'ਚ ਹਮੇਸ਼ਾ ਲਈ ਉਜਾਲਾ ਕਰ ਦੇਵਾਂ। ਫਿਰ ਨਿਸਾਰ ਨੇ ਪ੍ਰੇਮ ਦੇ ਪੈਰਾਂ ਵੱਲ ਦੇਖਿਆ ਤੇ ਫਿਰ ਤੋਂ ਆਪਣੇ ਦਿਲ 'ਚ ਕਿਹਾ, ਪਰ ਮੈਂ ਤੁਹਾਡੀ ਇੱਕ ਦਾਸੀ ਹਾਂ ਜਿਸ ਦੀ ਜਗ੍ਹਾ ਤੁਹਾਡੇ ਪੈਰਾਂ 'ਚ ਆ। ਤੇ ਪ੍ਰੇਮ ਦਾ ਹੱਥ ਫੜੀ ਪਾਰਕ ਵਿੱਚ ਗੇੜਾ ਦਿੰਦੀ ਰਹੀ। ਪ੍ਰੇਮ ਦਾ ਹੱਥ ਫੜੀ ਨਿਸਾਰ ਦੇ ਮਨ 'ਚ ਬਹੁਤ ਸਾਰੇ ਵਿਚਾਰ ਕਰਵਟਾਂ ਬਦਲ ਰਹੇ ਸੀ। ਸਭ ਤੋਂ ਪਹਿਲਾਂ ਨਿਸਾਰ ਦੇ ਮਨ 'ਚ ਆਇਆ, ਜਦੋਂ ਪਹਿਲੇ ਦਿਨ ਮਿਲੇ ਸੀ ਮੈਂ ਅਣਜਾਣੇ 'ਚ ਹੀ ਸਹੀ, ਪਰ ਇਸ ਘਰ 'ਚ ਪਹਿਲਾ ਕਦਮ ਤੁਹਾਡੇ ਨਾਲ ਇਸ ਘਰ ਦੀ ਦਹਿਲੀਜ਼ 'ਚ ਧਰਿਆ ਸੀ। ਮੈਂ ਕਦੇ ਆਪਣੇ ਪਿਓ ਦੇ ਘਰ ਦੀ ਦਹਿਲੀਜ਼ ਪਾਰ ਨਹੀਂ ਕੀਤੀ ਸੀ। ਦੂਜਾ ਵਿਚਾਰ ਨਿਸਾਰ ਦੇ ਮਨ 'ਚ ਆਇਆ, ਅੱਜ ਅਣਜਾਣੇ 'ਚ ਹੀ ਸਹੀ, ਪਰ ਅੱਜ ਮੈਂ ਆਪਣੇ ਦਿਲ 'ਚ ਛੁਪੇ ਹੋਏ ਪ੍ਰੇਮ ਨੂੰ ਮਹਿਸੂਸ ਕਰਦਿਆਂ ਤੁਹਾਡੇ ਹੱਥ ਆਪਣੇ ਹੱਥ 'ਚ ਫੜ ਲਿਆ। ਨਿਸਾਰ ਸੋਚਾਂ ਸੋਚਦੀ ਰਹੀ ਤੇ ਤੁਰਦੀ ਗਈ ਤੇ ਗੁਲਾਬ ਦੇ ਫੁੱਲਾਂ ਕੋਲ ਜਾ ਕੇ ਰੁਕ ਗਈ। ਉਹਨੇ ਇੱਕ ਫੁੱਲ ਤੋੜਿਆ ਤੇ ਪ੍ਰੇਮ ਦੇ ਦੂਜੇ ਹੱਥ 'ਚ ਫੜਾ ਦਿੱਤਾ। ਪ੍ਰੇਮ ਨੇ ਫੁੱਲ ਨੂੰ ਟੋਹਿਆ ਤੇ ਪੁੱਛਿਆ, ਇਹ ਕੀ ਆ? ਨਿਸਾਰ ਕੁਝ ਨਹੀਂ ਬੋਲੀ। ਪ੍ਰੇਮ ਨੇ ਫੁੱਲਾਂ ਨੂੰ ਮਹਿਸੂਸ ਕਰਦੇ ਹੋਏ ਕਿਹਾ, ਇਹ ਨਹੀਂ ਤੋੜਨੇ ਚਾਹੀਦੇ ਕਿਉਂਕਿ ਇਹ ਸਾਨੂੰ ਪਿਆਰ ਕਰਨਾ ਸਿਖਾਉਂਦੇ ਆ। ਪਿਆਰ ਦੀ ਸ਼ੁਰੂਆਤ ਫੁੱਲਾਂ ਤੋਂ ਹੀ ਹੁੰਦੀ ਆ। ਪ੍ਰੇਮ ਨੇ ਇਹ ਕਹਿੰਦੇ ਹੋਏ ਉਹ ਗੁਲਾਬ ਦਾ ਫੁੱਲ ਨਿਸਾਰ ਦੇ ਹੱਥ ਨੂੰ ਟੋਹਦੇ ਹੋਏ ਉਸਦੇ ਹੱਥ 'ਚ ਫੜਾ ਦਿੱਤਾ। ਨਿਸਾਰ ਦੇ ਦਿਲ 'ਚ ਫਿਰ ਤੋਂ ਹਲਚਲ ਹੋਈ ਤੇ ਪ੍ਰੇਮ ਵੱਲ ਵੇਖ ਕੇ ਮੁਸਕਰਾਈ। ਉਸਨੇ ਫਿਰ ਤੋਂ ਸੋਚਿਆ, ਅੱਜ ਅਣਜਾਣੇ 'ਚ ਹੀ ਸਹੀ ਤੁਸੀਂ ਮੈਨੂੰ ਗੁਲਾਬ ਦਾ ਫੁੱਲ ਵੀ ਦੇ ਦਿੱਤਾ ਤੇ ਤੁਸੀਂ ਹੁਣੇ ਹੀ ਕਿਹਾ ਪਿਆਰ ਦੀ ਸ਼ੁਰੂਆਤ ਫੁੱਲਾਂ ਤੋਂ ਹੀ ਹੁੰਦੀ ਆ। ਕੀ ਇਹ ਆਪਣੇ ਪਿਆਰ ਦੀ ਸ਼ੁਰੂਆਤ ਦਾ ਸਬੱਬ ਬਣ ਸਕਦੀ ਆ? ਨਿਸਾਰ ਨੇ ਹਸਰਤ ਭਰੀਆਂ ਨਜ਼ਰਾਂ ਨਾਲ ਉਸ ਗੁਲਾਬ ਦੇ ਫੁੱਲ ਵੱਲ ਵੇਖਿਆ। ਸਮਾਂ ਬੜਾ ਬਲਵਾਨ ਹੁੰਦਾ। ਬਹੁਤ ਕੁਝ ਅਜਿਹੇ ਸਮੇਂ ਦੇ ਗਰਭ 'ਚ ਹੁੰਦਾ ਜਿਹੜਾ ਅੰਦਾਜ਼ਾ ਅਸੀਂ ਇਨਸਾਨ ਨਹੀਂ ਲਗਾ ਸਕਦੇ। ਕੁਝ ਹੀ ਸਮਾਂ ਬੀਤਿਆ ਸੀ ਤੇ ਨਿਸਾਰ ਦੇ ਫਿਕਰ 'ਚ ਨਿਸਾਰ ਦਾ ਪਿਓ ਵੀ ਕੂਚ ਕਰ ਗਿਆ। ਹੁਣ ਨਿਸਾਰ ਇਕੱਲੀ ਰਹਿ ਗਈ। ਭਾਵੇਂ ਕਿ ਉਹਦਾ ਵੱਡਾ ਭਰਾ ਸੀ ਪਰ ਉਹ ਨਾ ਹੋਇਆਂ ਬਰਾਬਰ ਸੀ। ਮਿਸਿਸ ਗਿੱਲ ਨੂੰ ਨਿਸਾਰ ਦਾ ਬਹੁਤ ਲਗਾਵ ਹੋ ਗਿਆ ਸੀ ਕਿਉਂਕਿ ਨਿਸਾਰ ਬਹੁਤ ਸੂਝਵਾਨ ਕੁੜੀ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵੀ ਨਿਸਾਰ ਕੰਮ 'ਤੇ ਜਾਂਦੀ ਰਹੀ। ਫਿਰ ਇੱਕ ਦਿਨ ਨਿਸਾਰ ਨੇ ਮਿਸਿਸ ਗਿੱਲ ਨੂੰ ਕਿਹਾ ਕਿ ਉਹ ਕੰਮ 'ਤੇ ਨਹੀਂ ਆਉਣਾ ਚਾਹੁੰਦੀ ਕਿਉਂਕਿ ਹੁਣ ਉਹਦੇ ਮਾਂ-ਬਾਪ ਨਹੀਂ ਰਹੇ ਜਿਨ੍ਹਾਂ ਲਈ ਉਹ ਕੰਮ ਕਰਕੇ ਕਮਾਉਂਦੀ ਸੀ। ਮਿਸਿਸ ਗਿੱਲ ਨੂੰ ਨਿਸਾਰ ਬਾਰੇ ਬਹੁਤ ਦੁੱਖ ਮਹਿਸੂਸ ਹੋ ਰਿਹਾ ਸੀ। ਫਿਰ ਨਿਸਾਰ ਸੱਚਮੁੱਚ 2 ਦਿਨ ਕੰਮ 'ਤੇ ਨਾ ਗਈ। ਤੀਜੇ ਦਿਨ ਰਾਤ ਨੂੰ ਨਿਸਾਰ ਦੇ ਘਰ ਦਾ ਦਰਵਾਜ਼ਾ ਖੜਕਿਆ। ਨਿਸਾਰ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਮਿਸਟਰ ਗਿੱਲ ਤੇ ਮਿਸਿਸ ਗਿੱਲ ਸੀ। ਨਿਸਾਰ ਨੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ। ਮਿਸਟਰ ਗਿੱਲ ਰਾਤ ਨੂੰ ਹੀ ਫ੍ਰੀ ਹੁੰਦੇ ਸਨ ਜੋ ਉਹ ਰਾਤ ਨੂੰ ਹੀ ਨਿਸਾਰ ਦੇ ਨੂੰ ਮਿਲਣ ਆਉਂਦੇ ਸੀ। ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਨਿਸਾਰ ਦੇ ਘਰ ਦੇ ਆਸੇ-ਪਾਸੇ ਵੇਖਿਆ। ਬਹੁਤ ਖਾਲੀ ਲੱਗ ਰਿਹਾ ਸੀ। ਨਿਸਾਰ ਦਾ ਵੱਡਾ ਭਰਾ ਸ਼ਰਾਬ ਦੇ ਨਸ਼ੇ 'ਚ ਬਾਹਰ ਮੰਜੇ 'ਤੇ ਲੁਟਕਿਆ ਪਿਆ ਸੀ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਘਰ 'ਚ ਕੌਣ ਆ ਰਿਹਾ ਤੇ ਕੌਣ ਜਾ ਰਿਹਾ। ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਮਿਸਟਰ ਗਿੱਲ ਨੇ ਨਿਸਾਰ ਨੂੰ ਉਸਦੇ ਭਰਾ ਨੂੰ ਉਠਾਉਣ ਲਈ ਕਿਹਾ। ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਉਸਦਾ ਭਰਾ ਜਾਗਿਆ। ਫਿਰ ਉਸਨੇ ਅੱਖਾਂ ਮਲਦੇ ਹੋਏ ਥਲਥਲੀ ਜ਼ੁਬਾਨ 'ਚ ਮਿਸਟਰ ਗਿੱਲ ਨੂੰ ਮਾਮੂਲੀ ਸ਼ਬਦਾਂ 'ਚ ਸਲਾਮ ਕਲਾਮ ਕੀਤੀ ਤੇ ਆਉਣ ਦਾ ਕਾਰਨ ਪੁੱਛਿਆ। ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਗੱਲ ਦੀ ਸ਼ੁਰੂਆਤ ਮਿਸਿਸ ਗਿੱਲ ਨੇ ਕੀਤੀ। ਮਿਸਿਸ ਗਿੱਲ ਨੇ ਜੋ ਗੱਲ ਆਖੀ ਇਹ ਸੁਣ ਕੇ ਨਿਸਾਰ ਦਾ ਭਰਾ ਭੜਕ ਉੱਠਿਆ ਤੇ ਬੋਲਿਆ, ਇਹੀ ਕਮਾਉਣ ਵਾਲੀ ਰੋਟੀ ਪਕਾਉਣ ਵਾਲੀ ਆ, ਮੈਂ ਇਹਨੂੰ ਕਿਵੇਂ ਘਰੋਂ ਬਾਹਰ ਜਾਣ ਦੇਵਾਂ? ਫਿਰ ਮੇਰਾ ਕੀ ਬਣੂਗਾ? ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਫਿਰ ਤੋਂ ਇੱਕ ਦੂਜੇ ਵੱਲ ਦੇਖਿਆ ਤੇ ਇੱਕ ਗਹਿਰੀ ਚਿੰਤਾ ਦੇ ਬੱਦਲ ਉਹਨਾਂ ਦੇ ਮੂੰਹ 'ਤੇ ਛਾ ਗਏ। ਨਿਸਾਰ ਦੋਵਾਂ ਧਿਰਾਂ ਦੇ ਵਿਚਾਲੇ ਬਿਨਾਂ ਕੁਝ ਬੋਲੇ ਨੀਵੀਂ ਪਾਈ ਖੜੀ ਸੀ। ਅਸਲ ਵਿੱਚ ਮਿਸਿਸ ਗਿੱਲ ਨੇ ਨਿਸਾਰ ਦੇ ਭਰਾ ਤੋਂ ਆਪਣੇ ਬੇਟੇ ਪ੍ਰੇਮ ਦੇ ਲਈ ਨਿਸਾਰ ਦਾ ਹੱਥ ਮੰਗ ਲਿਆ ਸੀ, ਜਿਸ ਨੂੰ ਸੁਣ ਕੇ ਨਿਸਾਰ ਦਾ ਭਰਾ ਇੰਨਾ ਨਾਰਾਜ਼ ਹੋ ਗਿਆ ਕਿ ਨਿਸਾਰ ਨੂੰ ਚੁੱਪ ਖੜੀ ਵੇਖ ਕੇ ਮਿਸਿਸ ਗਿੱਲ ਨੇ ਨਿਸਾਰ ਨੂੰ ਉਸ ਦੀ ਮਰਜ਼ੀ ਪੁੱਛੀ ਕਿ ਉਹ ਕੀ ਚਾਹੁੰਦੀ ਆ। ਮਿਸਿਸ ਗਿੱਲ ਨੇ ਸਾਫ਼ ਸ਼ਬਦਾਂ 'ਚ ਨਿਸਾਰ ਨੂੰ ਪੁੱਛ ਲਿਆ ਕਿ ਕੀ ਉਹ ਉਹਦੇ ਅੱਖਾਂ ਤੋਂ ਅੰਨੇ ਬੇਟੇ ਪ੍ਰੇਮ ਦੀਆਂ ਅੱਖਾਂ ਦੀ ਰੌਸ਼ਨੀ ਬਣ ਕੇ ਉਸ ਨੂੰ ਹਨੇਰੀ ਜ਼ਿੰਦਗੀ 'ਚ ਦੁਬਾਰਾ ਉਜਾਲਾ ਕਰੇਗੀ। ਨਿਸਾਰ ਨੇ ਕੋਈ ਜਵਾਬ ਨਾ ਦਿੱਤਾ ਤੇ ਚੁੱਪ-ਚਾਪ ਆਪਣੇ ਭਰਾ ਵੱਲ ਵੇਖਦੀ ਰਹੀ। ਉਸ ਦਾ ਭਰਾ ਜਲਦੀ ਨਾ ਬੋਲਿਆ, ਹਾਂ ਕਰੇਗੀ। ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਹੈਰਾਨ ਹੋ ਕੇ ਇੱਕ ਦੂਜੇ ਵੱਲ ਦੇਖਿਆ ਤੇ ਆਪਣੇ ਮਨ 'ਚ ਸੋਚਣ ਲੱਗੇ ਕਿ ਹੁਣੇ ਤਾਂ ਇਸ ਰਿਸ਼ਤੇ ਤੋਂ ਨਾ ਕਰ ਰਿਹਾ ਸੀ, ਹੁਣ ਇੰਨੀ ਛੇਤੀ ਕਿਵੇਂ ਮੰਨ ਗਿਆ?
ਨਿਸਾਰ ਦੇ ਭਰਾ ਨੇ ਮਿਸਿਸ ਗਿੱਲ ਦੇ ਮੂੰਹ ਵੱਲ ਦੇਖਿਆ ਤੇ ਕਿਹਾ, ਜੇ ਤੁਸੀਂ ਮੇਰੀ ਭੈਣ ਤੋਂ ਆਪਦੇ ਅੰਨੇ ਹੋਏ ਬੇਟੇ ਦੀ ਜ਼ਿੰਦਗੀ 'ਚ ਰੌਸ਼ਨੀ ਕਰਵਾਉਣੀ ਆ। ਫਿਰ ਹੱਸਣ ਲੱਗਾ ਤੇ ਕਹਿਣ ਲੱਗਾ, ਫਿਰ ਤਾਂ ਇਹਦੀ ਕੀਮਤ ਲੱਗੂਗੀ। ਇਹ ਸੁਣ ਕੇ ਮਿਸਟਰ ਗਿੱਲ ਤੇ ਮਿਸਿਸ ਗਿੱਲ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਨਿਸਾਰ ਨੇ ਵੀ ਜਲਦੀ ਨਾਲ ਆਪਣੇ ਮਾਸੂਮ ਅੱਖਾਂ ਉੱਪਰ ਚੁੱਕੀਆਂ ਤੇ ਬੜੀ ਮਾਸੂਮੀਅਤ ਨਾਲ ਆਪਣੇ ਭਰਾ ਵੱਲ ਵੇਖਿਆ। ਫਿਰ ਉਹਦਾ ਭਰਾ ਬੜਾ ਬੇਝਿਜਕ ਹੋ ਕੇ ਬੋਲਿਆ, 50,000 ਰੁਪਏ ਦੇ ਦਿਓ ਤੇ ਨਿਸਾਰ ਤੁਹਾਡੀ। ਮਿਸਟਰ ਗਿੱਲ ਤੇ ਮਿਸਿਸ ਗਿੱਲ ਨੇ ਨਿਸਾਰ ਵੱਲ ਵੇਖਿਆ। ਨਿਸਾਰ ਦੀਆਂ ਅੱਖਾਂ 'ਚ ਪਾਣੀ ਤੈਰਨ ਲੱਗਾ। ਮਿਸਟਰ ਗਿੱਲ ਨੇ ਆਪਣੀ ਜੇਬ 'ਚੋਂ ਹੱਥ ਪਾਇਆ ਤੇ ਇੱਕ ਚੈੱਕ ਕੱਢਿਆ ਤੇ ਉਸ ਉੱਪਰ ਸਾਈਨ ਕੀਤੇ ਤੇ ਨਿਸਾਰ ਦੇ ਭਰਾ ਵੱਲ ਵਧਾਉਂਦੇ ਹੋਏ ਕਿਹਾ, ਇਹ ਲੈ ਚੈੱਕ, ਜਿੰਨਾ ਦਿਲ ਕਰਦਾ ਰਕਮ ਭਰ ਲਾ। 1000, ਲੱਖ, ਭਾਵੇਂ ਕਰੋੜ, ਸਾਡੇ ਲਈ ਪ੍ਰੇਮ ਤੇ ਨਿਸਾਰ ਬੇਸਕੀਮਤੀ ਆ। ਨਿਸਾਰ ਦੇ ਭਰਾ ਨੇ ਚੈੱਕ ਵੱਲ ਲਾਲਚ ਭਰੀਆਂ ਅੱਖਾਂ ਵੱਲ ਵੇਖਿਆ ਤੇ ਜਲਦੀ ਨਾਲ ਮਿਸਟਰ ਗਿੱਲ ਦੇ ਹੱਥ 'ਚੋਂ ਖੋਹ ਲਿਆ। ਚੈੱਕ ਹੱਥ 'ਚ ਖਿੱਚਦੇ ਸਾਰੀ ਨਿਸਾਰ ਦੇ ਭਰਾ ਨੇ ਨਿਸਾਰ ਨੂੰ ਮਿਸਿਸ ਗਿੱਲ ਵੱਲ ਧੱਕਾ ਦੇ ਦਿੱਤਾ। ਅੱਜ ਤੋਂ ਇਹ ਤੁਹਾਡੀ ਹੋਈ। ਉਸ ਦਿਨ ਤੋਂ ਬਾਅਦ ਨਿਸਾਰ ਦੀ ਜ਼ਿੰਦਗੀ ਬਿਲਕੁਲ ਬਦਲਣ ਲੱਗੀ। ਮਿਸਿਸ ਗਿੱਲ ਉਸ ਨੂੰ ਬਹੁਤ ਪਿਆਰ ਕਰਦੀ ਰਹੀ। ਕੁਝ ਦਿਨਾਂ ਬਾਅਦ ਨਿਸਾਰ ਤੇ ਪ੍ਰੇਮ ਦਾ ਵਿਆਹ ਪੱਕਾ ਕਰ ਦਿੱਤਾ। ਸ਼ਾਮ ਨੂੰ ਪਤਾ ਲੱਗਾ ਕਿ ਉਸ ਕੋਲ ਰੋਣ ਤੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਬਚਿਆ। ਉਸ ਲਈ ਨਿਸਾਰ ਆਪਣੇ ਬਾਪ ਦੇ ਘਰ ਦੀ ਦਹਿਲੀਜ਼ ਪਾਰ ਕਰਨ ਲਈ ਸ਼ਾਮ ਦੇ ਉੱਪਰ ਪੈਰ ਰੱਖ ਕੇ ਉਸ ਨੂੰ ਲਤਾੜਦੀ ਹੋਈ ਮਹਿਸੂਸ ਹੋ ਰਹੀ ਸੀ। ਪ੍ਰੇਮ ਤੇ ਨਿਸਾਰ ਦਾ ਵਿਆਹ ਹੋ ਚੁੱਕਾ ਸੀ, ਪਰ ਪ੍ਰੇਮ ਨੂੰ ਨਹੀਂ ਪਤਾ ਸੀ ਉਸ ਦਾ ਵਿਆਹ ਨਿਸਾਰ ਨਾਲ ਕੀਤਾ ਗਿਆ। ਪ੍ਰੇਮ ਨੂੰ ਸੋਚ ਸੀ ਕਿ ਇਸ ਗੱਲ ਦੀ ਕਿ ਕੋਈ ਕੁੜੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ, ਪਰ ਇਹ ਕੁੜੀ ਕਿਵੇਂ ਮੰਨ ਗਈ। ਦੂਜਾ, ਪ੍ਰੇਮ ਉਸ ਦੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਪ੍ਰੇਮ ਨੇ ਆਪਣੀ ਪਹਿਲੀ ਰਾਤ ਤੇ ਹੀ ਨਿਸਾਰ ਨੂੰ ਕਹਿ ਦਿੱਤਾ ਕਿ ਉਹ ਨਹੀਂ ਚਾਹੁੰਦਾ ਕਿ ਉਹ ਸਾਰੀ ਉਮਰ ਇਸੇ ਅਹਿਸਾਸ 'ਚ ਜਿਉਂਦੀ ਰਹੇ ਕਿ ਉਹਦਾ ਪਤੀ ਅੰਨਾ। ਇਸ ਦੇ ਲਈ ਉਸਨੇ ਤੈਅ ਕੀਤਾ ਕਿ ਉਹ ਆਪਣੀਆਂ ਅੱਖਾਂ ਹੋਰ ਵੀ ਜ਼ਿਆਦਾ ਵਧੀਆ ਡਾਕਟਰ ਨੂੰ ਦਿਖਾਵੇਗਾ ਤਾਂ ਕਿ ਉਹ ਉਸ ਕੁੜੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇ ਸਕੇ। ਪ੍ਰੇਮ ਨੇ ਨਿਸਾਰ ਨੂੰ ਆਪਣਾ ਫੈਸਲਾ ਸੁਣਾਇਆ ਤੇ ਕਿਹਾ, ਮੈਂ ਆਪਣੀ ਪਤਨੀ ਨੂੰ ਇਸ ਦੁਨੀਆ ਦੀ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰੂੰਗਾ। ਇਸ ਲਈ ਮੈਂ ਆਪਣੀ ਪਤਨੀ ਨੂੰ ਹੁਣ ਉਸ ਦਿਨ ਹੀ ਹੱਥ ਲਾਊਂਗਾ ਜਿਸ ਦਿਨ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ। ਉਸ ਦਿਨ ਦੇ ਬਾਅਦ ਪ੍ਰੇਮ ਤੇ ਨਿਸਾਰ ਦੋਵੇਂ ਇੱਕ ਦੂਜੇ ਨਾਲ ਰਹਿੰਦੇ ਜ਼ਰੂਰ ਸੀ, ਪਰ ਦੋ ਦੋਸਤਾਂ ਵਾਂਗ। ਨਿਸਾਰ ਕਦੇ ਵੀ ਪ੍ਰੇਮ ਨੂੰ ਇਕੱਲਾ ਨਹੀਂ ਛੱਡਦੀ ਸੀ, ਉਸ ਦਾ ਬਹੁਤ ਖਿਆਲ ਰੱਖਦੀ। ਮਿਸਿਸ ਗਿੱਲ ਨੂੰ ਵੀ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਕਿ ਨਿਸਾਰ ਪ੍ਰੇਮ ਦੇ ਨਾਲ ਇੱਕ ਪਤਨੀ ਨਹੀਂ, ਉਸ ਦੇ ਸਾਏ ਵਾਂਗ ਰਹਿੰਦੀ ਆ। ਨਿਸਾਰ ਤੇ ਪ੍ਰੇਮ ਹੱਸਦੇ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ। ਪ੍ਰੇਮ ਤੇ ਨਿਸਾਰ ਦਾ ਨਾਮ ਪੁੱਛਿਆ। ਨਿਸਾਰ ਨੇ ਸਿਰਫ ਇੰਨਾ ਹੀ ਕਿਹਾ, ਜਿਸ ਦਿਨ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਾਪਸ ਆਊਗੀ ਉਸ ਦਿਨ ਮੈਂ ਤੁਹਾਡੇ ਮੂੰਹ 'ਚੋਂ ਪਹਿਲੀ ਵਾਰ ਆਪਣਾ ਨਾਮ ਸੁਣਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਨੂੰ ਦੇਖ ਕੇ ਤੁਸੀਂ ਪਿਆਰ ਨਾਲ ਮੇਰਾ ਨਾਮ ਲੈ ਕੇ ਪੁਕਾਰੋ। ਪ੍ਰੇਮ ਨੇ ਮੁਸਕਰਾ ਕੇ ਹਾਂ 'ਚ ਸਿਰ ਹਿਲਾਇਆ। ਨਿਸਾਰ ਖੁਦ ਪ੍ਰੇਮ ਨੂੰ ਖਾਣਾ ਵੀ ਖਵਾਉਂਦੀ। ਨਿਸਾਰ ਨੇ ਪ੍ਰੇਮ ਨੂੰ ਕਹਿ ਰੱਖਿਆ ਸੀ ਕਿ ਜਦੋਂ ਉਹ ਉਸਦੇ ਕੋਲ ਨਾ ਹੋਵੇ ਉਦੋਂ ਉਹ ਜਿਹੜੇ ਨਾਮ ਨਾਲ ਮਰਜ਼ੀ ਬੁਲਾ ਸਕਦਾ। ਸੋ ਵੈਸੇ ਤਾਂ ਨਿਸਾਰ ਪ੍ਰੇਮ ਨੂੰ ਕਦੇ ਇਕੱਲਾ ਨਹੀਂ ਛੱਡਦੀ ਸੀ, ਪਰ ਜਦੋਂ ਵੀ ਇੱਕ ਦੋ ਵਾਰ ਇਦਾਂ ਹੋਇਆ ਤਾਂ ਪ੍ਰੇਮ ਨੇ ਉਸ ਨੂੰ ਰੌਸ਼ਨੀ ਕਹਿ ਕੇ ਪੁਕਾਰਿਆ। ਨਾਲ ਨਾਲ ਪ੍ਰੇਮ ਦਾ ਇਲਾਜ ਵੀ ਚੱਲ ਰਿਹਾ ਸੀ। ਇੱਕ ਬਹੁਤ ਮਸ਼ਹੂਰ ਤੇ ਸਪੈਸ਼ਲਿਸਟ ਡਾਕਟਰ ਨੂੰ ਵਿਖਾ ਚੁੱਕੇ ਸੀ। ਉਸਨੇ ਇਲਾਜ ਸ਼ੁਰੂ ਕਰ ਲਿਆ ਸੀ। ਬਰਾਬਰ ਟੈਸਟ ਵਗੈਰਾ ਸਭ ਚੱਲ ਰਹੇ ਸੀ। ਇੱਕ ਦਿਨ ਪ੍ਰੇਮ ਨੇ ਨਿਸਾਰ ਨੂੰ ਕਿਹਾ, ਮੈਂ ਚਾਹੁੰਦਾ ਸੀ ਕਿ ਜਿਸ ਕੁੜੀ ਨਾਲ ਮੇਰਾ ਵਿਆਹ ਹੋਵੇ ਉਹ ਇਸ ਦੁਨੀਆ ਦੀ ਸਭ ਤੋਂ ਖੂਬਸੂਰਤ ਕੁੜੀ ਹੋਵੇ, ਜੰਨਤ ਦੀ ਹੂਰ ਹੋਵੇ। ਉਸ ਦੀਆਂ ਅੱਖਾਂ ਝੀਲ ਵਰਗੀਆਂ ਹੋਣ, ਉਸ ਦੀਆਂ ਗੱਲਾਂ ਲਾਲ ਸੇਬ ਦੇ ਵਾਂਗ ਲਾਲ ਹੋਣ, ਉਸ ਦੇ ਬੁੱਲ ਨਾਜ਼ੁਕ ਕਲੀ ਦੀ ਤਰ੍ਹਾਂ ਹੋਣ ਤੇ ਉਸ ਦੀ ਕਮਰ ਇੰਨੀ ਪਤਲੀ ਹੋਵੇ ਕਿ ਜਦੋਂ ਮੈਂ ਉਸ ਨੂੰ ਬਾਹਾਂ ਵਿੱਚ ਲਵਾਂ ਉਦੋਂ ਉਹ ਮੇਰੀਆਂ ਬਾਹਾਂ ਵਿੱਚੋਂ ਹੀ ਸਿਮਟ ਸਕੇ। ਫਿਰ ਜਦੋਂ ਨਿਸਾਰ ਨੇ ਪ੍ਰੇਮ ਦੇ ਮੂੰਹ ਤੋਂ ਇੰਨਾ ਕੁਝ ਸੁਣਿਆ, ਨਿਸਾਰ ਸੁੰਨ ਹੋ ਕੇ ਰਹਿ ਗਈ, ਕਿਉਂਕਿ ਨਿਸਾਰ ਜਾਣਦੀ ਸੀ ਕਿ ਉਹ ਇੰਨੀ ਸੋਹਣੀ ਨਹੀਂ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ। ਨਿਸਾਰ ਅੱਖਾਂ ਭਰ ਆਈ। ਪ੍ਰੇਮ ਨੇ ਫਿਰ ਤੋਂ ਮੁਸਕਰਾ ਕੇ ਨਿਸਾਰ ਦਾ ਹੱਥ ਟੋਂਦੇ ਹੋਏ ਆਪਣੇ ਹੱਥ 'ਚ ਲਿਆ ਤੇ ਬੜੀ ਬੇਸਬਰੀ ਨਾਲ ਪੁੱਛਿਆ, ਮੇਰੀ ਰੌਸ਼ਨੀ ਦੀਆਂ ਅੱਖਾਂ ਕਿਸ ਤਰ੍ਹਾਂ ਦੀਆਂ ਹਨ? ਨਿਸਾਰ ਦੀਆਂ ਗੱਲਾਂ ਤੇ ਹੰਝੂ ਡਿੱਗਣੇ ਸ਼ੁਰੂ ਹੋ ਗਏ। ਉਹ ਰੋ ਰਹੀ ਸੀ, ਪਰ ਪ੍ਰੇਮ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੱਤਾ ਕਿ ਬੜੀ ਸਹਿਜਤਾ ਨਾਲ ਕਿਹਾ, ਹਾਂ ਮੈਂ ਬਹੁਤ ਸੋਹਣੀ ਹਾਂ। ਮੇਰੀਆਂ ਅੱਖਾਂ ਸਾਗਰ ਦੀ ਗਹਿਰਾਈ ਵਰਗੀਆਂ। ਜਿਵੇਂ ਜਿਵੇਂ ਨਿਸਾਰ ਬੋਲ ਰਹੀ ਸੀ ਉਵੇਂ ਉਵੇਂ ਨਿਸਾਰ ਦੀਆਂ ਗੱਲਾਂ ਤੇ ਹੰਝੂ ਲੰਬੀ ਕਤਾਰ ਬੰਨ੍ਹ ਕੇ ਡਿੱਗਦੇ ਜਾ ਰਹੇ ਸੀ, ਪਰ ਪ੍ਰੇਮ ਬਿਲਕੁਲ ਬੇਖਬਰ ਇਹ ਸਭ ਸੁਣ ਕੇ ਮੁਸਕਰਾ ਰਿਹਾ ਸੀ। ਜਿਸ ਤਰ੍ਹਾਂ ਨਿਸਾਰ ਪ੍ਰੇਮ ਦੇ ਕਰੀਬ ਰਹਿ ਕੇ ਉਸ ਦਾ ਕਦਮ ਕਦਮ ਤੇ ਖਿਆਲ ਰੱਖ ਰਹੀ ਸੀ, ਪ੍ਰੇਮ ਨੂੰ ਉਸ ਦੀ ਆਦਤ ਪੈ ਗਈ। ਪ੍ਰੇਮ ਨੂੰ ਉਸ ਪ੍ਰਤੀ ਇੱਕ ਖਿੱਚ ਦੀ ਮਹਿਸੂਸ ਹੋਈ। ਜਦੋਂ ਨਿਸਾਰ ਉਸ ਦੇ ਕੋਲ ਹੁੰਦੀ ਤਾਂ ਪ੍ਰੇਮ ਦਾ ਦਿਲ ਕਰਦਾ ਕਿ ਉਹ ਹੁਣੇ ਇਸੇ ਵੇਲੇ ਨਿਸਾਰ ਨੂੰ ਆਪਣੀਆਂ ਬਾਹਾਂ 'ਚ ਭਰ ਲਵੇ ਤੇ ਰੱਜ ਕੇ ਪਿਆਰ ਕਰੇ। ਪਰ ਫਿਰ ਪ੍ਰੇਮ ਨੂੰ ਉਸ ਦਾ ਕੀਤਾ ਹੋਇਆ ਵਾਅਦਾ ਯਾਦ ਆਉਂਦਾ, ਜਿਸ ਨੂੰ ਉਹ ਹਰ ਹਾਲ 'ਚ ਪੂਰਾ ਕਰਨਾ ਚਾਹੁੰਦਾ ਸੀ। ਇੱਕ ਦਿਨ ਪ੍ਰੇਮ ਨੇ ਨਿਸਾਰ ਨੂੰ ਕਿਹਾ, ਮੈਂ ਤੈਨੂੰ ਛੂਹ ਸਕਦਾ? ਨਿਸਾਰ ਨੇ ਬੜੀ ਸਮਝਦਾਰੀ ਨਾਲ ਜਵਾਬ ਦਿੱਤਾ, ਤੁਸੀਂ ਮੇਰੇ ਪਤੀ ਹੋ। ਕੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਪਣੀ ਪਤਨੀ ਨੂੰ ਪਿਆਰ ਕਰਨ ਲਈ ਕਿਸੇ ਕਿਸਮ ਦੀ ਇਜਾਜ਼ਤ ਦੀ ਜ਼ਰੂਰਤ ਆ?
ਪ੍ਰੇਮ ਮੁਸਕਰਾਇਆ। ਥੋੜੇ ਸਮੇਂ ਬਾਅਦ ਉਸਨੇ ਨਿਸਾਰ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ ਤੇ ਜੱਫੀ ਪਾ ਕੇ ਮੁਸਕਰਾਉਂਦੇ ਹੋਏ ਕਿਹਾ, ਮੈਂ ਇਸੇ ਜਵਾਬ ਦੀ ਉਮੀਦ ਕੀਤੀ ਸੀ ਆਪਣੀ ਪਤਨੀ ਤੋਂ। ਮੈਨੂੰ ਆਪਣੀ ਪਤਨੀ ਨਾਲ ਪਿਆਰ ਹੋ ਗਿਆ। ਮੈਨੂੰ ਉਸ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਲੱਗ ਰਿਹਾ। ਨਿਸਾਰ ਉਸਦੇ ਪਿਆਰ ਨੂੰ ਮਹਿਸੂਸ ਕਰ ਪਾ ਰਿਹਾ ਸੀ। ਉਸਦੇ ਦਿਲ 'ਚ ਇੱਕ ਤੂਫਾਨ ਉੱਠਿਆ। ਉਸਨੇ ਸੋਚਿਆ, ਕਦੇ ਮੇਰਾ ਇਹਨਾਂ ਦੇ ਪਰਫਿਊਮ ਦੀ ਮਹਿਕ ਨਾਲ ਹੀ ਦਿਲ ਖਿਲ ਉੱਠਦਾ ਸੀ ਤੇ ਅੱਜ ਮੈਂ ਖੁਸ਼ ਹੋ ਜਾਂਦੀ ਸੀ, ਪਰ ਅੱਜ ਮੈਂ ਇਹਨਾਂ ਦੇ ਇੰਨੀ ਨੇੜੇ ਹਾਂ ਕਿ ਇਹਨਾਂ ਦੇ ਪਿਆਰ ਨਾਲ ਮਹਿਕਦੇ ਹੋਏ ਸਾਹ ਮਹਿਸੂਸ ਕਰ ਰਹੀ ਹਾਂ। ਇਹ ਸੋਚਦਿਆਂ ਹੀ ਨਿਸਾਰ ਨੇ ਪ੍ਰੇਮ ਨੂੰ ਆਪਣੀਆਂ ਬਾਹਾਂ 'ਚ ਭਰ ਲਿਆ ਤੇ ਆਪਣੇ ਦਿਲ 'ਚ ਕਿਹਾ, ਜਦੋਂ ਵੀ ਮੇਰੇ ਪ੍ਰੇਮ ਨੂੰ ਮੇਰੀ ਲੋੜ ਪਈ ਮੈਂ ਆਪਣੇ ਪ੍ਰੇਮ 'ਤੇ ਨਿਸ਼ਾਰ ਹੋ ਜਾਵਾਂਗੀ। ਮੇਰਾ ਵਜੂਦ ਤੁਹਾਡੇ ਨਾਲ ਹੀ ਆ ਤੇ ਤੁਹਾਡੇ ਤੋਂ ਬਿਨਾਂ ਮੈਂ ਕੁਝ ਵੀ ਨਹੀਂ। ਤੇ ਨਿਸਾਰ ਮੁਸਕਰਾਈ। ਪ੍ਰੇਮ ਦੀਆਂ ਅੱਖਾਂ ਦੇ ਹੋ ਰਹੇ ਲਗਾਤਾਰ ਟੈਸਟ ਮਿਸਿਸ ਗਿੱਲ ਨੂੰ ਬਹੁਤ ਪਰੇਸ਼ਾਨ ਕਰ ਰਹੇ ਸੀ, ਕਿਉਂਕਿ ਉਮੀਦ ਵੀ ਕੋਈ ਕਿਰਨ ਬਾਕੀ ਨਹੀਂ ਸੀ। ਪ੍ਰੇਮ ਦੀਆਂ ਅੱਖਾਂ ਦਾ ਆਪਰੇਸ਼ਨ ਹੋ ਚੁੱਕਾ ਸੀ। ਤਕਰੀਬਨ 2 ਘੰਟੇ ਬਾਅਦ ਡਾਕਟਰ ਆਪਰੇਸ਼ਨ ਥੀਏਟਰ ਤੋਂ ਬਾਹਰ ਆਇਆ ਤੇ ਬਾਹਰ ਬੇਸਬਰੀ ਨਾਲ ਵੇਟ ਕਰ ਰਹੇ ਮਿਸਟਰ ਗਿੱਲ ਤੇ ਮਿਸਿਸ ਗਿੱਲ ਨੂੰ ਮੁਸਕਰਾ ਕੇ ਕਿਹਾ, ਪ੍ਰੇਮ ਦੀਆਂ ਅੱਖਾਂ ਦਾ ਆਪਰੇਸ਼ਨ ਕਾਮਯਾਬ ਹੋ ਗਿਆ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਆ ਕਿ ਹੁਣ ਪ੍ਰੇਮ ਦੇਖ ਸਕਦਾ। ਇਹ ਸੁਣਦਿਆਂ ਹੀ ਮਿਸਟਰ ਗਿੱਲ ਤੇ ਮਿਸਿਸ ਗਿੱਲ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਿਸਿਸ ਗਿੱਲ ਇਹ ਖੁਸ਼ਖਬਰੀ ਨਿਸਾਰ ਨਾਲ ਸਾਂਝੀ ਕਰਨਾ ਚਾਹੁੰਦੀ ਸੀ, ਪਰ ਨਿਸਾਰ ਪ੍ਰੇਮ ਦੇ ਆਪਰੇਸ਼ਨ ਦੇ ਦੌਰਾਨ ਉਹਨਾਂ ਦੇ ਕੋਲ ਬਾਹਰ ਨਹੀਂ ਸੀ। ਮਿਸਿਸ ਗਿੱਲ ਨੇ ਖੁਸ਼ੀ ਦੇ ਹੰਝੂ ਬਹਾਉਂਦਿਆਂ ਨਿਸਾਰ ਨੂੰ ਇੱਧਰ ਉੱਧਰ ਲੱਭਿਆ। ਮਿਸਿਸ ਗਿੱਲ ਨਿਸਾਰ ਨੂੰ ਬੇਸਬਰੀ ਨਾਲ ਲੱਭਦਿਆਂ ਸਾਹਮਣੇ ਤੋਂ ਆਉਂਦੇ ਇੱਕ ਮਰੀਜ਼ ਦੇ ਸਟ੍ਰੈਚਰ ਨਾਲ ਟਕਰਾਈ। ਜਦੋਂ ਮਿਸਿਸ ਗਿੱਲ ਨੇ ਸੌਰੀ ਕਹਿਣ ਲਈ ਨਰਸ ਵੱਲ ਨਜ਼ਰ ਘੁਮਾਈ, ਉਹ ਸਟ੍ਰੈਚਰ 'ਤੇ ਨਿਸਾਰ ਸੀ, ਜਿਸ ਦੀਆਂ ਅੱਖਾਂ 'ਤੇ ਪੱਟੀ ਬੰਨੀ ਹੋਈ ਸੀ। ਮਿਸਿਸ ਗਿੱਲ ਉਸ ਨੂੰ ਇਸ ਤਰ੍ਹਾਂ ਵੇਖ ਕੇ ਇੱਕੋ ਦਮ ਚੌਂਕ ਗਈ। ਨਿਸਾਰ ਨੂੰ ਜਿਸ ਤਰ੍ਹਾਂ ਕਮਰੇ 'ਚ ਲੈ ਕੇ ਜਾਇਆ ਗਿਆ, ਮਿਸਿਸ ਗਿੱਲ ਹੈਰਾਨੀ ਨਾਲ ਰੋਂਦੀ ਹੋਈ ਉਸਦੇ ਪਿੱਛੇ ਪਿੱਛੇ ਚਲੀ ਗਈ। ਉਹ ਉੱਥੇ ਖੜ ਕੇ ਨਿਸਾਰ ਦੇ ਹੋਸ਼ ਵਿੱਚ ਆਉਣ ਦੀ ਉਡੀਕ ਕਰਨ ਲੱਗੀ। ਕਾਫੀ ਸਮੇਂ ਬਾਅਦ ਨਿਸਾਰ ਨੂੰ ਹੋਸ਼ ਆਇਆ। ਉਸਨੇ ਪ੍ਰੇਮ ਨੂੰ ਪੁਕਾਰਿਆ। ਮਿਸਿਸ ਗਿੱਲ ਨੇ ਨਿਸਾਰ ਵੱਲ ਰੋਂਦੇ ਹੋਏ ਉਤਸੁਕਤਾ ਨਾਲ ਵੇਖਿਆ। ਨਿਸਾਰ ਦੇ ਕੋਲ ਖੜੀ ਨਰਸ ਨੇ ਨਿਸਾਰ ਨੂੰ ਕਿਹਾ, ਫਿਕਰ ਨਾ ਕਰੋ ਮਿਸਿਸ ਨਿਸਾਰ ਪ੍ਰੇਮ ਗਿੱਲ ਜੀ, ਪ੍ਰੇਮ ਬਿਲਕੁਲ ਠੀਕ ਨੇ, ਆਪਰੇਸ਼ਨ ਠੀਕ ਹੋ ਗਿਆ। ਤੇ ਨਰਸ ਨੇ ਹੱਸਦੇ ਹੋਏ ਕਿਹਾ, ਹੁਣ ਉਹ ਤੁਹਾਡੀਆਂ ਅੱਖਾਂ ਨਾਲ ਇਸ ਰੰਗੀਨ ਦੁਨੀਆ ਨੂੰ ਦੇਖ ਸਕਦੇ ਹਨ। ਨਿਸਾਰ ਮੁਸਕਰਾਈ। ਮਿਸਿਸ ਗਿੱਲ ਨੇ ਨਰਸ ਦੇ ਮੂੰਹ 'ਚੋਂ ਇਹ ਸ਼ਬਦ ਸੁਣ ਕੇ ਮਹਿਸੂਸ ਕੀਤਾ ਕਿ ਉਹ ਹੁਣੇ ਹੀ ਉੱਥੇ ਡਿੱਗ ਜਾਵੇਗੀ। ਉਸ ਦੀ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ। ਉਹਨੇ ਰੋਂਦੇ ਹੋਏ ਆਪਣੇ ਆਪ ਨੂੰ ਕਿਹਾ, ਨਿਸਾਰ ਨੇ ਪ੍ਰੇਮ ਨੂੰ ਆਪਣੀਆਂ ਅੱਖਾਂ ਦੇ ਦਿੱਤੀਆਂ। ਤੇ ਮਿਸਿਸ ਗਿੱਲ ਦਾ ਮੂੰਹ ਹੈਰਾਨੀ ਨਾਲ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ ਤੇ ਰੋਣ ਲੱਗੀ। ਫਿਰ ਰੋਂਦੇ ਹੋਏ ਆਪਣੇ ਆਪ ਨੂੰ ਕਿਹਾ, ਇਸ ਬੱਚੀ ਨੇ ਮੇਰੇ ਬੇਟੇ ਦੀ ਜ਼ਿੰਦਗੀ ਰੌਸ਼ਨ ਕਰਨ ਲਈ ਆਪਣੀ ਖੁਦ ਦੀ ਜ਼ਿੰਦਗੀ 'ਚ ਹਨੇਰਾ ਕਰ ਲਿਆ। ਆਪਰੇਸ਼ਨ ਤੋਂ ਇੱਕ ਦਿਨ ਪਹਿਲਾਂ ਨਿਸਾਰ ਨੇ ਪ੍ਰੇਮ ਦੀਆਂ ਅੱਖਾਂ ਦੇ ਲਗਾਤਾਰ ਹੋ ਰਹੇ ਟੈਸਟ ਤੋਂ ਮਿਸਿਸ ਗਿੱਲ ਨੂੰ ਪਰੇਸ਼ਾਨ ਹੁੰਦੇ ਵੇਖਿਆ ਸੀ। ਨਿਸਾਰ ਘਰ ਦੇ ਵਿੱਚ ਬਿਨਾਂ ਕਿਸੇ ਤੋਂ ਪੁੱਛੇ ਹੀ ਪ੍ਰੇਮ ਦੇ ਡਾਕਟਰ ਨੂੰ ਮਿਲਣ ਚਲੀ ਗਈ ਤੇ ਪ੍ਰੇਮ ਦੀਆਂ ਅੱਖਾਂ ਦੇ ਠੀਕ ਹੋਣ ਬਾਰੇ ਪੁੱਛਿਆ। ਡਾਕਟਰ ਨੇ ਨਿਸਾਰ ਨੂੰ ਦੱਸਿਆ ਕਿ ਪ੍ਰੇਮ ਦੀਆਂ ਅੱਖਾਂ ਦੇ ਠੀਕ ਹੋਣ ਦੀ ਕੋਈ ਉਮੀਦ ਨਹੀਂ, ਪਰ ਜੇਕਰ ਕੋਈ ਪ੍ਰੇਮ ਨੂੰ ਆਪਦੀਆਂ ਅੱਖਾਂ ਦਾਨ ਕਰ ਦਿੰਦਾ ਤਾਂ ਫਿਰ ਸ਼ਾਇਦ ਕੁਝ ਹੋ ਸਕਦਾ। ਨਿਸਾਰ ਨੇ ਉਸੇ ਵਕਤ ਪ੍ਰੇਮ ਨੂੰ ਆਪਣੀਆਂ ਅੱਖਾਂ ਦੇਣ ਦਾ ਫੈਸਲਾ ਕਰ ਲਿਆ ਤੇ ਇਸ ਬਾਰੇ ਘਰ ਦੇ ਵਿੱਚ ਡਾਕਟਰ ਨੂੰ ਕਿਸੇ ਨੂੰ ਵੀ ਦੱਸਣ ਤੋਂ ਮਨਾ ਕਰ ਦਿੱਤਾ। ਤੇ ਨਿਸਾਰ ਦੇ ਕੀਤੇ ਹੋਏ ਫੈਸਲੇ ਦਾ ਨਤੀਜਾ ਇਹ ਨਿਕਲਿਆ ਕਿ ਪ੍ਰੇਮ ਦਾ ਅੱਖਾਂ ਦਾ ਆਪਰੇਸ਼ਨ ਕਾਮਯਾਬ ਹੋ ਗਿਆ। ਹੁਣ ਪ੍ਰੇਮ ਦੇਖ ਸਕਦਾ ਸੀ। ਮਿਸਿਸ ਗਿੱਲ ਨੇ ਜਦੋਂ ਵੀ ਨਿਸਾਰ ਨੂੰ ਉਸਦੀਆਂ ਅੱਖਾਂ 'ਤੇ ਪੱਟੀ ਬੰਨੇ ਵੇਖਿਆ ਤਾਂ ਮਿਸਿਸ ਗਿੱਲ ਦੇ ਹੰਝੂ ਨਹੀਂ ਰੁਕ ਰਹੇ ਸੀ। ਵਾਰ-ਵਾਰ ਉਸਦੇ ਦਿਲ 'ਚ ਇਹੀ ਖਿਆਲ ਆ ਰਿਹਾ ਸੀ ਕਿ ਨਿਸਾਰ ਨੇ ਉਹਨਾਂ ਵੱਲੋਂ ਦਿੱਤੇ ਹੋਏ ਪੈਸੇ ਦੀ ਕੀਮਤ ਚੁਕਾਈ ਆ। ਮਿਸਿਸ ਗਿੱਲ ਨਿਸਾਰ ਦੀ ਹਾਲਤ ਵੇਖ ਕੇ ਬਸ ਰੋਈ ਜਾ ਰਹੀ ਸੀ। ਮਿਸਿਸ ਗਿੱਲ ਨੇ ਰੋਂਦੇ ਹੋਏ ਆਪਣੇ ਦਿਲ 'ਚ ਕਿਹਾ, ਇਹ ਤੂੰ ਕੀ ਕੀਤਾ ਮੇਰੀ ਬੱਚੀ? ਸਾਡਾ ਦੁੱਖ ਤਾਂ ਉੱਥੇ ਦਾ ਉੱਥੇ ਹੀ ਰਿਹਾ। ਅੱਖਾਂ ਦੀ ਰੋਸ਼ਨੀ ਤੋਂ ਬਿਨਾਂ ਭਾਵੇਂ ਪ੍ਰੇਮ ਹੋਵੇ ਭਾਵੇਂ ਤੂੰ। ਬਾਹਾਂ ਵਿੱਚ ਭਰ ਲਿਆ ਤੇ ਘੁੱਟ ਕੇ ਜੱਫੀ ਪਾ ਲਈ। ਪ੍ਰੇਮ ਨੇ ਪਿਆਰ ਨਾਲ ਉਹਨਾਂ ਦੇ ਕੰਨਾਂ 'ਚ ਕਿਹਾ, ਨਿਸਾਰ। ਨਿਸਾਰ ਖੁਸ਼ ਹੋ ਗਈ ਤੇ ਪੁੱਛਿਆ, ਤੁਸੀਂ ਦੇਖ ਸਕਦੇ ਹੋ? ਪ੍ਰੇਮ ਨੇ ਹੰਝੂ ਭਰੀਆਂ ਅੱਖਾਂ ਨਾਲ ਜਵਾਬ ਦਿੱਤਾ, ਹਾਂ ਆਪਣੀ ਪਤਨੀ ਨਿਸਾਰ ਦੀਆਂ ਅੱਖਾਂ ਨਾਲ। ਨਿਸਾਰ ਰੋ ਪਈ ਤੇ ਕਿਹਾ, ਪਰ ਮੈਂ ਸੋਹਣੀ ਨਹੀਂ ਆ ਪ੍ਰੇਮ ਜੀ। ਤੁਸੀਂ ਆਪਣੇ ਲਈ ਇੱਕ ਬਹੁਤ ਹੀ ਹੁਸਨ ਭਰੀ ਪਤਨੀ ਦੀ ਕਾਮਨਾ ਕੀਤੀ ਸੀ। ਪ੍ਰੇਮ ਨੇ ਉਸ ਦੇ ਮੱਥੇ ਨੂੰ ਚੁੰਮਿਆ ਤੇ ਕਿਹਾ, ਮੈਨੂੰ ਮੇਰੀ ਹੁਸਨ ਭਰੀ ਮਿਲ ਗਈ ਆ, ਜਿਸ ਨੇ ਇਹ ਸਾਬਤ ਕਰ ਦਿੱਤਾ ਕਿ ਹੁਸਨ ਸੂਰਤ ਵਿੱਚ ਨਹੀਂ ਸੀਰਤ 'ਚ ਹੁੰਦਾ। ਮੈਂ ਇਸ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਆਪਣੀ ਖੂਬਸੂਰਤ ਪਤਨੀ ਨਿਸਾਰ ਦੇ ਕਦਮਾਂ 'ਚ ਰੱਖ ਦਊਂਗਾ। ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਨਿਸਾਰ ਰੋਣ ਲੱਗੀ। ਪ੍ਰੇਮ ਨੇ ਉਸ ਨੂੰ ਜੱਫੀ ਪਾਈ ਤੇ ਆਖਿਆ, ਮੈਂ ਆਪਣੀ ਪਤਨੀ ਨਿਸਾਰ ਨੂੰ ਇਲਾਜ ਲਈ ਵਿਦੇਸ਼ ਲੈ ਕੇ ਜਾਵਾਂਗਾ ਤੇ ਬਹੁਤ ਜਲਦ ਮੇਰੀ ਪਤਨੀ ਵੇਖ ਸਕੇਗੀ। ਨਿਸਾਰ ਲਗਾਤਾਰ ਰੋਈ ਜਾ ਰਹੀ ਸੀ। ਪ੍ਰੇਮ ਨੇ ਉਸ ਦਾ ਚਿਹਰੇ ਆਪਣੇ ਹੱਥ 'ਚ ਲਿਆ ਤੇ ਪਿਆਰ ਨਾਲ ਉਸ ਵੱਲ ਵੇਖਦਿਆਂ ਤੇ ਕਿਹਾ, ਮੇਰੀ ਪਤਨੀ ਨਿਸਾਰ ਮੇਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਸੋਹਣੀ ਕੁੜੀ ਆ। ਮੈਂ ਅੱਜ ਆਪਣੀ ਪਤਨੀ ਨਿਸਾਰ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰੂੰਗਾ। ਇੰਨਾ ਕਹਿ ਕੇ ਪ੍ਰੇਮ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਰੋਂਦੀ ਹੋਈ ਨਿਸਾਰ ਨੂੰ ਆਪਣੀਆਂ ਬਾਹਾਂ 'ਚ ਚੁੱਕ ਕੇ ਬੈੱਡ ਵੱਲ ਲੈ ਗਿਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ।
ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।